स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आखना बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। मंजर है ਸਕੱਤਰੇ ਦਾ ਤੇ ਮੰਜ਼ਿਲ ਆ ਦੂਜੀ। ਇੱਕ ਬੰਦ ਕਮਰੇ ਦੇ ਵਿੱਚੋਂ ਠਾਕਾ ਲੱਗਣ ਦੀ ਆਵਾਜ਼ ਆਉਂਦੀ ਆ। ਅਜਨਬੀ ਝਾਕ ਕੇ ਅੰਦਰ ਵੇਖਦਾ, ਦੋ ਅਫਸਰ ਖਿੜਖੜਾ ਕੇ ਹੱਸ ਰਹੇ ਨੇ। ਅਖੇ ਸਰਕਾਰ ਨੇ ਜਾਂਚ ਸ਼ੁਰੂ ਕਰਾਤੀ, ਫਾਈਲ ਲੀਕ ਕਿੱਥੋਂ ਹੋਈ। ਇੱਕ ਦੂਜੇ ਨੂੰ ਕਹਿੰਦਾ ਵੀ ਪਹਿਲੀ ਨਿਯੁਕਤੀ ਜਿਹੜੀ ਹੋਈ ਸੀ ਨਾ, ਮੁੱਖ ਮੰਤਰੀ ਸਾਹਿਬ ਨੇ ਪਹਿਲੀ ਨਿਯੁਕਤੀ ਆਪਣੇ ਨਾਲ ਕੀਤੀ ਸੀ, ਗੱਲ ਤੇ ਉਦੋਂ ਦੀ ਤੁਰੀ ਹੋਈ ਆ। ਕਿਹੜਾ ਅਫਸਰ ਆ ਜਿਹੜਾ ਅਹਿਮ ਫਾਈਲਾਂ ਤੇ ਕਲਿੱਕ ਨਹੀਂ ਕਰਦਾ। ਹੁਣ ਫੋਟੋ ਸਟੇਟ ਦੀ ਲੋੜ ਨਹੀਂ ਰਹਿੰਦੀ। ਹੰਸ ਦਾ ਗੀਤ ਸੀ ਨਾ ਕਦੇ ਭਾਸਕਰ ਸਾਹਿਬ, ਤੁਹਾਡੇ ਸ਼ਹਿਰ ਦੀਆਂ ਗੱਲਾਂ ਨੇ। ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਹੁਣ ਤਾਂ ਫੋਨ ਲਾਉਣ ਦੀ ਵੀ ਲੋੜ ਨਹੀਂ, ਫੋਨ ਲੱਗੇ ਹੀ ਰਹਿੰਦੇ ਆ। ਸਮਾਰਟਫੋਨ ਇੱਕ ਪੂਰੀ ਦੀ ਪੂਰੀ ਹਿਸਟਰੀ ਬਣੇ ਹੋਏ ਨੇ। ਸਮਾਰਟਫੋਨ ਪੂਰੇ ਦਾ ਪੂਰਾ ਡਾਟਾ ਬੈਂਕ ਨੇ। ਕੱਢ ਕੇ ਦੇਖ ਲਓ ਕਿੱਥੇ ਕਿੱਥੇ ਕਿਹੜੀ ਫਾਈਲ ਐਸੀ ਜਿਹੜੀ ਅਹਿਮ ਆ ਤੇ ਅਫਸਰਸ਼ਾਹੀ ਦੇ ਕੋਲ ਨਹੀਂ। ਕੀ ਪਤਾ ਕਦੋਂ ਕੱਲ ਤੁਸੀਂ ਫੈਸਲੇ ਲੈ ਕੇ ਮੁੱਕਰ ਜਾਓ। ਸੋ ਇਹ ਲੀਕੇਜ ਤਾਂ ਉਹਨਾਂ ਫਾਈਲਾਂ ਦੀ ਦੱਸੀ ਜਾ ਰਹੀ ਹੈ ਜਿਹੜੀਆਂ ਦਰਜਨ ਥਾਵਾਂ ਤੇ ਨੇ, ਕੋਰਟ 'ਚ ਵੀ ਨੇ, ਤੇ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਲੰਘੀਆਂ ਹੋਈਆਂ ਨੇ। ਇਹਦੀ ਕਾਹਦੀ ਜਾਂਚ ਕਰਾਉਣੀ? ਜੇ ਜਾਂਚ ਕਰਾਉਣੀ ਤਾਂ ਇਹ ਕਰਾਓ ਕਿ ਅਫਸਰਸ਼ਾਹੀ ਦੇ ਮਨਾਂ 'ਚ ਕੀ ਚੱਲ ਰਿਹਾ। ਅਗਲੇ ਕਹਿੰਦੇ ਆ ਹੁਣ ਫੈਸਲਾ ਲੈਣਾ ਨਹੀਂ, ਡਰ ਆਉਂਦਾ ਹੈ। ਜੇ ਸਸਪੈਂਸ਼ਨ ਨਹੀਂ ਤਾਂ ਕੁਝ ਲਿਖ ਦਿਓਗੇ, ਅਗਲੇ ਦਾ ਤੁਸੀਂ ਪੂਰਾ ਕੈਰੀਅਰ ਦਾਅ ਤੇ ਲਾ ਦਿੰਦੇ ਹੋ। ਸਿਆਸੀ ਬੰਦੇ ਦਾ ਕਾਹਦਾ ਕੈਰੀਅਰ ਹੁੰਦਾ। ਖੈਰ ਆਪਾਂ ਅੱਗੇ ਚੱਲਦੇ ਹਾਂ। ਇਹ ਸੱਤਾ ਦੇ ਅੰਦਰਲੇ ਘੇਰਿਆਂ 'ਚ ਅਫਸਰਸ਼ਾਹੀ ਦੇ ਪੱਧਰ ਤੇ ਕੱਲ ਪੂਰਾ ਦਿਨ, ਜਦੋਂ ਕਿ ਉਹ ਇੱਕ ਨੋਟਿੰਗ ਵਾਲਾ ਪੇਪਰ ਲੀਕ ਹੁੰਦਾ, ਉਸ ਤੋਂ ਬਾਅਦ ਕੀ ਚੱਲਦਾ ਰਿਹਾ। ਇੰਦਰਪ੍ਰੀਤ ਬਹੁਤ ਥਾਵਾਂ ਦੇ ਉੱਤੇ ਨੌਕ ਕਰਕੇ ਆਏ ਨੇ। ਇਹਨਾਂ ਤੋਂ ਸਮਝਦੇ ਆ ਕਿ ਅੰਦਰ ਹੋ ਕੀ ਰਿਹਾ। ਵੈਸੇ ਅਫਸਰਸ਼ਾਹੀ ਦੇ ਵਿੱਚ ਕੱਲ ਇਹ ਵੀ ਗੱਲ ਚੱਲਦੀ ਰਹੀ ਕਿ ਸਰਕਾਰ ਨੂੰ ਇਹ ਕੇਸ ਲੜਨਾ ਚਾਹੀਦਾ ਸੀ। ਏਜੀ ਦਫ਼ਤਰ ਨੂੰ ਇਹਦੇ ਉੱਤੇ ਅੱਗੇ ਵਧਣਾ ਚਾਹੀਦਾ ਸੀ। ਵੱਧ ਤੋਂ ਵੱਧ ਤੁਹਾਡੇ ਖਿਲਾਫ ਕੇਸ ਹੁੰਦਾ। ਜੇ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲਿਆ ਸੀ, ਇਸ ਫੈਸਲੇ ਨਾਲ ਖੜਿਆ ਜਾ ਸਕਦਾ ਸੀ, ਇਹਨੂੰ ਸੁਪਰੀਮ ਕੋਰਟ ਤੱਕ ਲਿਜਾਇਆ ਜਾ ਸਕਦਾ ਸੀ। ਏਜੀ ਦਫ਼ਤਰ ਪਿਛਾਂ ਕਿਉਂ ਹਟਿਆ, ਇਹ ਵੀ ਸਵਾਲ ਕਾਫੀ ਵੱਡਾ ਹੈ। ਇੱਕ ਸਵਾਲ ਇਹ ਵੀ ਉੱਠਦਾ ਰਿਹਾ ਕਿ ਤੁਸੀਂ ਜਿਹੜੇ ਪ੍ਰਾਈਵੇਟ ਵਕੀਲ ਨੂੰ ਕੀਤਾ ਸੀ, ਉਹਨੂੰ ਫੀਸ ਕਿੰਨੀ ਦਿੱਤੀ, ਕੀ ਫੀਸ ਦਿੱਤੀ, ਚੈੱਕ ਬਣ ਗਿਆ ਕਿ ਨਹੀਂ ਬਣ ਗਿਆ, ਇਹ ਵੀ ਸਵਾਲ ਆ। ਕਿਉਂਕਿ ਇਸੇ ਤਰ੍ਹਾਂ ਦਾ ਇੱਕ ਮਾਮਲਾ ਮੁਖਤਾਰ ਅੰਸਾਰੀ ਨਾਲ ਸੰਬੰਧਿਤ ਸੀਗਾ। ਉੱਥੇ ਵੀ ਤੁਸੀਂ ਦੋ ਵੱਡੇ ਪੋਲੀਟੀਸ਼ੀਅਨ ਘੇਰੇ 'ਚ ਲਿਆਂਦੇ ਸੀ। ਲੇਕਿਨ ਇਹਦੇ ਨਾਲ ਹੀ ਆਪਾਂ ਅੱਗੇ ਚੱਲਦੇ ਹਾਂ ਕਿ ਜਿਹੜੇ ਪਟਵਾਰ ਯੂਨੀਅਨ ਵਾਲੇ ਨੇ ਉਹ ਅੜੇ ਹੋਏ ਨੇ, ਬਜਿੱਦ ਨੇ। ਉਹਨਾਂ ਨੇ ਆਪਣੀ ਸਟ੍ਰਾਈਕ ਸ਼ੁਰੂ ਕਰਤੀ ਹੈ। ਜਿਹੜੇ ਉਹਨਾਂ ਕੋਲ ਫालतू ਸਰਕਲ ਸੀਗੇ, ਜਿਹੜੇ ਉਹਨਾਂ ਨੂੰ ਚਾਰਜ ਮਿਲਿਆ ਹੋਇਆ ਸੀ ਸਰਕਲਾਂ ਦਾ, ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਬੰਦ ਕਰਤਾ। ਪਰ ਇਸੇ ਵੇਲੇ ਸਰਕਾਰ ਨੇ ਜਿਹੜੇ ਟ੍ਰੇਨੀ ਪਟਵਾਰੀ ਨੇ ਉਹਨਾਂ ਦਾ ਰਿਕਾਰਡ ਮੰਗ ਲਿਆ। ਸ਼ਾਇਦ ਕੋਈ ਨਵੀਆਂ ਨਿਯੁਕਤੀਆਂ ਦਾ ਮਨ ਹੈ, ਪਰ ਕਾਹਲੀ ਦੇ ਵਿੱਚ ਕਿਵੇਂ ਸੰਭਵ ਹੋਣਗੇ ਕਿ ਕੋਈ ਰਿਟਾਇਰਡ ਪਟਵਾਰੀਆਂ ਨੂੰ ਵੀ ਅਪਰੋਚ ਕੀਤਾ ਜਾ ਰਿਹਾ, ਇਹ ਵੀ ਸਵਾਲ ਉੱਠ ਰਿਹਾ। ਇਸ ਤੋਂ ਅਗਲੀ ਗੱਲ, ਕਾਂਗਰਸ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਸਵਾਲ ਉਠਾਇਆ ਜਾ ਰਿਹਾ ਕਿ ਜਿਨ੍ਹਾਂ ਦੇ ਖਿਲਾਫ ਬੜਾ ਤਿੱਖਾ ਹਮਲਾ ਕਰ ਰਹੇ ਸੀਗੇ ਉਹ, ਜਿੱਦਾਂ ਬਾਜਵਾ ਸਾਹਿਬ ਕਹਿੰਦੇ ਨੇ ਕਿ ਜਿਹਨੂੰ ਪਿੰਡ 'ਚ ਕੋਈ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ, ਇਹਨਾਂ ਦਾ ਲੀਡਰ ਬਣਿਆ ਫਿਰਦਾ। ਤੇ ਕੜਾਮ ਚੌਧਰੀ ਨੇ ਕੰਮ ਰੋਕਣ ਵਾਲੇ ਆਗੂ ਨੇ ਸਾਰੇ, ਹੁਣ ਉਹਨਾਂ ਨਾਲ ਬਹਿਣਾ ਪੈਣਾ। ਇਸੇ ਤਰ੍ਹਾਂ ਬਾਕੀ ਕਾਂਗਰਸੀਆਂ ਲਈ ਵੀ ਇਹੀ ਸੰਕਟ ਹੈ ਕਿ ਸੀਟ ਵੰਡ ਦੇ ਵਿੱਚ ਕੌਣ ਕਿੱਥੋਂ ਖਿਸਕ ਜਾਊਗਾ। ਔਰ ਇਹਦੇ ਨਾਲ ਹੀ ਇਹ ਵੀ ਸਵਾਲ ਆ ਕਿ ਕੀ ਮੁੜ ਕੇ ਉਸ ਤੋਂ ਬਾਅਦ ਆਪਣੀ ਜ਼ਮੀਨ ਬਚਾਈ ਜਾਊਗੀ। ਵੈਸੇ ਬਹੁਤ ਸਾਰੇ ਕਾਂਗਰਸੀਆਂ ਦੇ ਅੰਦਰ ਲੂਰੀਆਂ ਉੱਠ ਰਹੀਆਂ ਕਿ ਹੁਣ ਅਸੀਂ ਸੱਤਾ ਦੇ ਨਾਲ ਤੁਰਾਂਗੇ ਔਰ ਜਿਹੜੀ ਕਰਪਸ਼ਨ ਦੇ ਖਿਲਾਫ ਮੁਹਿੰਮ ਆ ਉਹ ਖਤਮ ਹੋ ਜਾਊਗੀ। ਕੀ ਸਰਕਾਰ ਐਸੀ ਮੁਹਿੰਮ ਨੂੰ ਖਤਮ ਕਰਕੇ ਆਪਣਾ ਸਿਗਨੇਚਰ ਸਟੈਪ ਵਾਪਸ ਲੈ ਲਊਗੀ? ਫਿਰ ਇਹਦੇ ਨਾਲ ਉਹਨਾਂ ਦੇ ਐਕਸ ਦੇ ਉੱਤੇ ਕੀ ਅਸਰ ਆਊਗਾ, ਇਹ ਵੀ ਅੱਜ ਕੱਲ ਸਵਾਲ ਪੁੱਛਿਆ ਜਾ ਰਿਹਾ। ਵੈਸੇ ਸੀਟ ਵੰਡ ਨੂੰ ਲੈ ਕੇ ਰਾਘਵ ਚੱਡਾ ਨੂੰ ਜਿਸ ਤਰ੍ਹਾਂ ਕਮੇਟੀ ਦਾ ਮੈਂਬਰ ਬਣਾਇਆ ਗਿਆ, ਉਹਨਾਂ ਦਾ ਕੱਦ ਫਿਰ ਵਧਾਤਾ ਗਿਆ। ਪੰਜਾਬ ਦੇ ਵਿੱਚ ਅੱਗੇ ਵੀ ਅਫਸਰਸ਼ਾਹੀ ਨੂੰ ਹਦਾਇਤ ਕਰ ਰਹੇ ਸੀ, ਉਹਨਾਂ ਨੂੰ ਡਾਇਰੈਕਸ਼ਨਸ ਦੇ ਰਹੇ ਸੀਗੇ। ਹੁਣ ਉਸ ਨੰਗੇ ਚਿੱਟੇ ਰੂਪ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਉਹ ਨਿਰਧਾਰਤ ਕਰਨਗੇ ਤੇ ਕੁਦਰਤੀ ਤੌਰ ਤੇ ਇੱਕ ਵਾਰੀ ਫਿਰ ਬਿਊਰੋਕ੍ਰੇਸੀ ਉਹਨਾਂ ਦੇ ਪਿੱਛੇ ਜਾਊਗੀ। ਇਹ ਮੰਨਿਆ ਜਾ ਰਿਹਾ ਕਿ ਭਗਵੰਤ ਮਾਨ ਦੇ ਸਮਾਨਾਂਤਰ ਰਾਘਵ ਚੱਡਾ ਨੂੰ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਫਿਰ ਵੱਡਾ ਕਰ ਦਿੱਤਾ ਹੈ ਔਰ ਉਹ ਫੈਸਲਾ ਕੁਨ ਹੋ ਸਕਦੇ ਆ। ਪਰ ਇਹਦੇ ਨਾਲ ਕੀ ਦਿੱਲੀ ਦੇ ਵਿੱਚ ਐਕਸਾਈਜ਼ ਮਾਮਲੇ 'ਚ ਚੱਲ ਰਹੀਆਂ ਕਵਾਇਦਾਂ ਤੇਜ਼ ਨਹੀਂ ਹੋਣਗੀਆਂ? ਕੇਜਰੀਵਾਲ ਸਾਹਿਬ ਰਾਘਵ ਚੱਡਾ ਤੇ ਬਾਕੀ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰੀ ਸੱਤਾ ਫਿਰ ਉਲਝਾਉਣ ਦਾ ਯਤਨ ਨਹੀਂ ਕਰੂਗੀ? ਇਹ ਵੀ ਸਵਾਲ ਲੈਂਦੇ ਆ। ਅੱਗੇ ਚੱਲਾਂਗੇ ਤਾਂ ਸੰਵਿਧਾਨਕ ਸੋਧਾਂ ਕਿੰਨੀਆਂ ਕੁ ਦਰਕਾਰ ਹੋਣਗੀਆਂ, ਇਹ ਵੱਡਾ ਸਵਾਲ ਆ ਕਿ ਕਿੰਨੀਆਂ ਕੁ ਸੰਵਿਧਾਨਕ ਸੋਧਾਂ ਕਰਨੀਆਂ ਪੈਣਗੀਆਂ। ਜਿਹੜੀ ਕਮੇਟੀ ਰਾਮਨਾਥ ਕੋਵਿੰਦ ਦੀ ਅਗਵਾਈ 'ਚ ਬਣਾਈ ਗਈ ਹੈ ਕਿ ਉਹ ਸੰਭਾਵਨਾਵਾਂ ਤਲਾਸ਼ੇ, ਉਹ ਦੇਖੇ ਕਿ ਕਿਵੇਂ ਸੰਭਵ ਹੈ ਇੱਕ ਨੇਸ਼ਨ ਇੱਕ ਚੋਣ, ਕੀ ਇਹ ਸੰਭਵ ਵੀ ਹੈ? ਇਸ ਤੋਂ ਪਹਿਲਾਂ ਇਹ ਕਿੰਨੀ ਲੰਬੀ ਪ੍ਰਕਿਰਿਆ ਹੋਊਗੀ, ਕਿੰਨੇ ਸਾਲਾਂ 'ਚ ਸਿਰੇ ਲੱਗੂਗੀ, ਇਹਦੇ ਲਈ ਕੀ ਕੀ ਕਰਨਾ ਪੈਣਗੇ, ਕਿੱਥੋਂ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ? ਇਹ ਸਾਰੇ ਸਵਾਲ ਅੱਗੇ ਵਧਾਉਂਦੇ ਆ। ਵੈਸੇ ਯਤਨ ਕਰਾਂਗੇ ਜੇ ਸਮਾਂ ਮਿਲਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਜੇ ਸੀਟਾਂ ਦੀ ਵੰਡ ਕਰਦੇ ਆ ਤੇ ਕਿਹੜੀ ਸੀਟ ਕਿਹਦੇ ਹਿੱਸੇ ਆਊਗੀ? ਅੰਮ੍ਰਿਤਸਰ ਕਿਹਦੇ ਹਿੱਸੇ ਜਾਊਗੀ? ਆਨੰਦਪੁਰ ਸਾਹਿਬ ਦੇ ਵਿੱਚੋਂ ਮਾਲਵਿੰਦਰ ਸਿੰਘ ਕੰਗ ਦਾ ਕੀ ਬਣੂਗਾ?
ਔਰ ਬਾਕੀ ਸਾਰੇ ਜਿੰਨੇ ਵੀ ਮਾਮਲੇ ਸਾਰੇ ਲੈਣੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਜਿਹੜੇ ਸੱਤਾ ਦੇ ਗਲਿਆਰਿਆਂ ਦੇ ਅੰਦਰਲੇ ਘੇਰੇ ਆ ਬਿਊਰੋਕ੍ਰੇਸੀ ਵਾਲੇ, ਉਹਨਾਂ 'ਚ ਕੀ ਚੱਲ ਰਿਹਾ? ਰੰਧਾਵਾ ਸਾਹਿਬ ਦੇਖੋ, ਇਹ ਜਿੰਨਾ ਵੱਡਾ ਇਸ਼ੂ ਹੋ ਗਿਆ ਉਸ ਤੋਂ ਬਾਅਦ ਸਵਾਲ ਇਹ ਉੱਠ ਰਿਹਾ ਹੈ ਕਿ ਇਹਦੀ ਜ਼ਿੰਮੇਵਾਰੀ ਕਿਹਦੇ ਤੇ ਫਿਕਸ ਕੀਤੀ ਜਾਏ। ਸਰਕਾਰ ਨੇ ਤਾਂ 2 ਅਫਸਰ ਸਸਪੈਂਡ ਕਰਕੇ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਫਿਕਸ ਅਫਸਰਾਂ ਦੇ ਉੱਤੇ ਕਰਤੀ ਹੈ ਕਿ ਇਹ ਇਹਨਾਂ ਦਾ ਕੰਮ ਹੈ। ਪਰ ਜਿਸ ਹਿਸਾਬ ਨਾਲ ਕੱਲ ਨੋਟਿੰਗ ਜਿਹੜੀ ਲੀਕ ਹੋਈ ਹੈ ਉਸ 'ਚ ਤਾਂ ਇਹ ਵੀ ਲੱਗਦਾ ਹੈ ਕਿ ਵੀ ਸੀਐਮ ਵੀ ਪੂਰਾ ਜਾਣਕਾਰ ਸੀ ਇਸ ਮਾਮਲੇ ਵਿੱਚ, ਮੰਤਰੀ ਵੀ ਪੂਰਾ ਜਾਣਕਾਰ ਸੀਗੇ, ਔਰ ਫਾਈਲ ਵੀ ਤੁਸੀਂ ਦੇਖੋ ਬੜੀ ਤੇਜ਼ੀ ਨਾਲ ਮੂਵ ਹੋਈ ਹੈ। ਇਟ ਮੀਨਸ ਗਵਰਨਮੈਂਟ ਜਿਹੜਾ ਪੰਚਾਇਤਾਂ ਨੂੰ ਭੰਗ ਕਰਨ ਦਾ ਇਸ਼ੂ ਹੈਗਾ ਉਹ ਇੰਨਾ ਇੰਪੋਰਟੈਂਟ ਬਿਊਰੋਕ੍ਰੇਸੀ ਵਾਸਤੇ ਨਹੀਂ ਹੈ ਜਿੰਨਾ ਇੰਪੋਰਟੈਂਟ ਪੋਲੀਟੀਸ਼ੀਅਨਾਂ ਵਾਸਤੇ ਹੈ। ਔਰ ਜਿਸ ਤੇਜ਼ੀ ਨਾਲ ਫਾਈਲ ਦੀ ਮੂਵਮੈਂਟ ਹੈ ਉਸ ਤੋਂ ਇਹ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਫੈਸਲਾ ਪੋਲੀਟੀਕਲ ਫੈਸਲਾ ਹੈ, ਇਹਦੇ ਵਿੱਚ ਬਿਊਰੋਕ੍ਰੇਸੀ ਨੂੰ ਤਾਂ ਸਿਰਫ ਸਕੇਪਗੋਟ ਬਣਾਇਆ ਜਾ ਰਿਹਾ ਹੈ। ਲੇਕਿਨ ਹੁਣ ਮੁੱਦਾ ਇਹ ਹੈ ਕਿ ਇਹ ਫੈਸਲਾ ਤਾਂ ਹੋ ਗਿਆ, ਹੁਣ ਇਹਨੂੰ ਡਿਫੈਂਡ ਕਿਵੇਂ ਕਰਨਾ ਹੈ। ਪਹਿਲਾਂ ਵੀ ਇਸ ਤਰ੍ਹਾਂ ਦੇ 18 ਚ ਵੀ ਭੰਗ ਹੋਈਆਂ ਨੇ ਪੰਚਾਇਤਾਂ, ਉਸ ਤੋਂ ਪਹਿਲਾਂ ਵੀ ਭੰਗ ਹੁੰਦੀਆਂ ਰਹੀਆਂ ਨੇ, ਪਰ ਉਦੋਂ ਸਿਰਫ ਇੰਨਾ ਕਿ ਹੁੰਦਾ ਸੀ ਕਿ ਮਹੀਨਾ ਪਹਿਲਾਂ ਕਰ ਲਿਆ, 2 ਮਹੀਨੇ ਪਹਿਲਾਂ ਕਰ ਲਈ, 6 ਮਹੀਨੇ ਪਹਿਲਾਂ ਕਦੇ ਭੰਗ ਨਹੀਂ ਹੋਈਆਂ। ਬੇਸ਼ੱਕ ਪ੍ਰੋਵੀਜ਼ਨ ਉਹਦੇ ਵਿੱਚ ਹੈ, ਪਰ ਪ੍ਰੋਵਾਈਡਡ ਇਹ ਹੈ ਕਿ ਜਨਹਿਤ ਹੋਵੇ ਉਹਦੇ ਚ, ਪਰ ਇਹ ਚ ਕੋਈ ਪਬਲਿਕ ਇੰਟਰਸਟ ਹੈ ਨਹੀਂ ਸੀ, ਨਾ ਹੀ ਫਾਈਲ ਦੇ ਵਿੱਚ ਇਹ ਪਬਲਿਕ ਇੰਟਰਸਟ ਨੂੰ ਨੋਟ ਕੀਤਾ ਗਿਆ। ਹੁਣ ਇਹ ਜਦੋਂ ਫਾਈਲ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੇ ਮੰਗੀ ਕਿ ਦੱਸੋ ਇਹ ਚ ਫਾਈਲ ਲੈ ਕੇ ਆਓ ਮੇਰੇ ਕੋਲੇ ਕਿ ਮੈਂ ਵੀ ਦੇਖਾਂ ਕਿ ਪਬਲਿਕ ਇੰਟਰਸਟ ਕੀ ਹੈ, ਕਿਉਂਕਿ ਇਹਨਾਂ ਨੇ ਕਿਹਾ ਸੀ ਵੀ 1000 ਕਰੋੜ ਰੁਪਇਆ ਜਿਹੜੀ ਸੈਂਟਰਲ ਗ੍ਰਾਂਟ ਆਈ ਹੋਈ ਹੈ ਫਾਈਨਾਂਸ ਕਮਿਸ਼ਨ ਦੀ, ਉਹ ਖੁਰਦ-ਬੁਰਦ ਹੋ ਸਕਦੀ ਹੈ, ਕਿਉਂਕਿ ਲਾਸਟ ਉਹ ਮਹੀਨੇ ਨੇ, ਇਸ ਕਰਕੇ ਖੁਰਦ-ਬੁਰਦ ਹੋਣ ਦੇ ਚਾਂਸਸ ਹੈਗੇ ਨੇ। ਆਪਾਂ ਕੱਲ ਹੀ ਡਿਸਕਸ਼ਨ ਕਰ ਚੁੱਕੇ ਹਾਂ ਵੀ ਇਹ ਤਾਂ ਕਿਸੇ ਵੀ ਟਾਈਮ 'ਚ ਹੋ ਸਕਦੀ ਹੈ, ਵਿਧਾਨ ਸਭਾ ਦੇ ਟਾਈਮ 'ਚ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ, ਇਹ ਕੋਈ ਵੱਡਾ ਇਸ਼ੂ ਨਹੀਂ। ਪਰ ਕੀ ਇਹ ਨੋਟ ਜਿਹੜਾ ਸੀਗਾ ਵੀ ਖੁਰਦ-ਬੁਰਦ ਹੋ ਸਕਦੀ ਹੈ ਕਿ ਇਹ ਫਾਈਲ ਤੇ ਆਇਆ, ਫਾਈਲ ਤੇ ਇਦਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ। ਦੂਸਰੀ ਇਹ ਗੱਲ ਸੀ ਵੀ ਜਦੋਂ ਇਹ ਫੈਸਲਾ ਲਿਆ ਗਿਆ ਕਿ ਹਾਂ ਪੰਚਾਇਤਾਂ ਨੂੰ ਭੰਗ ਕਰਨਾ ਹੈ, ਤਾਂ ਉਦੋਂ ਇਹ ਵੀ ਕਿਹਾ ਗਿਆ ਵੀ ਇਹਦੇ ਲਈ ਡੀਕੇ ਤਿਵਾਰੀ ਜਿਹੜੇ ਮਹਿਕਮੇ ਦੇ ਐਡੀਸ਼ਨਲ ਚੀਫ ਸੈਕਟਰੀ ਨੇ, ਉਹਨਾਂ ਨੇ ਲਿਖਿਆ ਕਿ ਇਹਦੇ ਤੇ ਏਜੀ ਦੀ ਰਾਏ ਵੀ ਲੈ ਲਈ ਜਾਏ, ਏਜੀ ਆਫਿਸ ਦੀ ਰਾਏ ਲੈ ਲਈ ਜਾਏ ਜਾਂ ਐਲਆਰ ਦੀ ਰਾਏ ਲੈ ਲਈ ਜਾਏ। ਹੁਣ ਮੀਟਿੰਗ ਵੀ ਹੋਈ, ਮੀਟਿੰਗ ਹੋ ਕੇ ਉੱਥੇ ਇਹ ਨਾ ਤਾਂ ਏਜੀ ਆਫਿਸ ਦਾ ਬੰਦਾ ਕਹਿ ਰਿਹਾ ਕਿ ਉਹਨੇ ਕੋਈ ਮਿੰਟ 'ਚ ਨਹੀਂ ਲਿਖਾਇਆ ਕਿ ਉਹ ਇਹਦੇ ਨਾਲ ਰਾਜੀ ਹੈ ਕਿ ਨਹੀਂ ਰਾਜੀ ਹੈ, ਉਹ 2.5 ਸੈਂਟ ਨੋਟ ਹੈ ਜਾਂ ਉਹ ਰਾਜੀ ਹੈ ਇਹਦੇ ਉੱਤੇ, ਮਤਲਬ ਕੁਝ ਵੀ ਨਹੀਂ ਹੈ, ਬਲੈਂਕ ਹੈ। ਇਹਦਾ ਮਤਲਬ ਕਿ ਤੁਹਾਡੇ ਕੋਲੇ ਉੱਥੇ ਮੁਕਰਨ ਲਈ ਪੂਰੀ ਸਪੇਸ ਹੈ, ਯਾਨੀ ਕਿ ਏਜੀ ਡਿਪਾਰਟਮੈਂਟ ਸਾਫ਼ ਤੌਰ ਤੇ ਮੁਕਰ ਸਕਦਾ ਵੀ ਸਾਡੀ ਕੋਈ ਕੰਸੈਂਟ ਸੀ ਇਹਦੇ ਤੇ। ਇੰਦਰਪ੍ਰੀਤ ਜੀ ਇੱਥੇ ਇੱਕ ਚੀਜ਼ ਕਲੀਅਰ ਕਰ ਦਿਓ ਕਿ ਜਦੋਂ ਐਡੀਸ਼ਨਲ ਚੀਫ ਸੈਕਟਰੀ ਡੀਕੇ ਤਿਵਾੜੀ ਨੇ ਲਿਖਤਾ ਕਿ ਇਹਦੇ ਉੱਤੇ ਐਲਆਰ ਦੀ ਰਿਪੋਰਟ ਲਈ ਜਾਵੇ, ਤਾਂ ਉਸ ਤੋਂ ਬਾਅਦ ਇੱਕ ਵਿਧੀਵਤ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਸਮਰੱਥ ਅਧਿਕਾਰੀ ਤੇ ਐਡਵੋਕੇਟ ਜਨਰਲ ਦੇ ਦਫ਼ਤਰ ਦਾ ਇੱਕ ਨੁਮਾਇੰਦਾ ਜਿਹੜਾ ਅਸਿਸਟੈਂਟ ਦੇ ਰੂਪ ਦੇ ਵਿੱਚ ਉਹ ਆਣ ਕੇ ਉੱਥੇ ਬੈਠੇ, ਤੇ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਮਿੰਟਸ ਦੀ ਕਾਰਵਾਈ ਜੋ ਕੋ ਲਿਖੇ ਜਾਂਦੇ ਹੋਣਗੇ ਜਾਂ ਪ੍ਰੋਸੀਡਿੰਗ ਦੇ ਵਿੱਚ ਨੋਟਿੰਗ ਉਹਨੇ ਕੋਈ ਨਹੀਂ ਦਿੱਤੀ, ਇਹੀ ਮਾਮਲਾ ਸੀ। ਬਿਲਕੁਲ, ਉਹਦੇ ਚ ਜੋ ਹੁਣ ਇਹ ਸਾਰੀ ਪੁੱਛੀ ਜਾ ਰਹੀ ਹੈ, ਕਿਉਂਕਿ ਜਦ ਦਾ ਇਹ ਕੇਸ 27 ਤਰੀਕ ਦਾ ਲੱਗਿਆ ਹੋਇਆ ਹੈ, ਉਸ ਤੋਂ ਬਾਅਦ ਤੋਂ ਲਗਾਤਾਰ ਇਹਦੇ ਉੱਤੇ ਗੱਲਾਂ ਚੱਲ ਰਹੀਆਂ ਨੇ। ਇਹ ਜਦੋਂ ਪਤਾ ਕੀਤਾ ਵੀ ਤੁਸੀਂ ਐਡਵੋਕੇਟ ਜਨਰਲ ਦਾ ਦਫ਼ਤਰ ਦਾ ਬੰਦਾ ਉੱਥੇ ਸੀ, ਤਾਂ ਇਹ ਉਹਨੇ ਕਿਉਂ ਨਹੀਂ ਇਹ ਰਾਏ ਦਿੱਤੀ? ਤਾਂ ਉਹਨਾਂ ਨੇ ਕਿਹਾ ਜੀ ਉੱਥੇ ਜਿਹੜੀ ਮੀਟਿੰਗ ਹੋ ਰਹੀ ਸੀ ਉਹ ਮੀਟਿੰਗ ਸਿਰਫ ਔਰ ਸਿਰਫ ਪੰਚਾਇਤ ਇਲੈਕਸ਼ਨ ਬਾਰੇ ਹੋ ਰਹੀ ਸੀ, ਨਾ ਕਿ ਪੰਚਾਇਤਾਂ ਨੂੰ ਭੰਗ ਕਰਨ ਬਾਰੇ ਹੋ ਰਹੀ ਸੀ। ਇਹ ਭੰਗ ਕਰਨ ਦਾ ਉੱਤੇ ਕੋਈ ਇਸ਼ੂ ਨਹੀਂ ਹੈ। ਹੁਣ ਕਿਉਂਕਿ ਇਹ ਮਿੰਟ 'ਚ ਲਿਖਿਆ ਹੀ ਨਹੀਂ ਹੋਇਆ, ਇਸ ਕਰਕੇ ਹੁਣ ਇਹਦਾ ਕੋਈ ਸਬੂਤ ਨਹੀਂ ਹੈ ਕਿ ਗੱਲ ਇਹੀ ਹੋਈ ਜਾਂ ਭੰਗ ਕਰਨ ਵਾਲੀਆਂ ਤੇ ਵੀ ਗੱਲ ਹੋਈ। ਸੋ ਮਿੰਟਸ ਇਸ ਕਰਕੇ ਬਹੁਤ ਜ਼ਰੂਰੀ ਹੁੰਦੇ ਹੈ। ਜੇ ਹਾਈ ਕੋਰਟ ਵੀ ਮਿੰਟਸ ਤੇ ਹੀ ਇਸੇ ਕਰਕੇ ਜਾ ਰਹੀ ਹੈ ਕਿ ਤੁਸੀਂ ਮਿੰਟਸ 'ਚ ਇਹ ਚੀਜ਼ਾਂ ਤਾਂ ਲਿਖੀ ਹੀ ਨਹੀਂ ਹੋਈਆਂ, ਅਸੀਂ ਵਰਬਲੀ ਤਾਂ ਕਿਸੇ ਦੇ ਉੱਤੇ ਨਹੀਂ ਜਾ ਸਕਦੇ, ਕਿਉਂਕਿ ਤੁਸੀਂ ਬੰਦਾ ਤਾਂ ਮੁੱਕਰ ਸਕਦਾ ਹੈ, ਕਾਗਜ਼ ਨਹੀਂ ਮੁੱਕਰ ਸਕਦੇ। ਕਾਗਜ਼ ਤੇ ਅਗਰ ਕੁਝ ਲਿਖਿਆ ਹੋਇਆ ਤਾਂ ਉਹ ਤਾਂ ਆਏਗਾ ਹੀ। ਹੁਣ ਸਵਾਲ ਪੈਦਾ ਹੋ ਰਿਹਾ ਸੀ ਵੀ ਇਹ ਸਭ ਕੁਝ ਤਾਂ ਹੋ ਗਿਆ, ਪਾਣੀ ਤਾਂ ਪੁਲਾਂ ਥੱਲੋਂ ਲੰਘ ਗਿਆ, ਹੁਣ ਡਿਫੈਂਡ ਕਰਨਾ ਚਾਹੀਦਾ ਸੀ ਕੋਰਟ ਦੇ ਵਿੱਚ ਕਿ ਨਹੀਂ ਕਰਨਾ ਚਾਹੀਦਾ ਸੀ। ਉੱਥੇ ਦਿੱਕਤ ਸਭ ਤੋਂ ਜ਼ਿਆਦਾ ਇਹੀ, ਜਦੋਂ ਚੀਫ ਜਸਟਿਸ ਨੇ ਝਾੜ ਮਾਰੀ, ਉਸ ਝਾੜ ਤੋਂ ਏਜੀ ਆਫਿਸ ਬਹੁਤ ਪੈਨਿਕ ਹੋ ਗਿਆ। ਉਹਨਾਂ ਨੂੰ ਲੱਗਿਆ ਕਿ ਯਾਰ ਸਾਰੀ ਗੱਲ ਹੱਥੋਂ ਨਿਕਲਦੀ ਜਾ ਰਹੀ ਹੈ। ਉਹਨਾਂ ਨੇ ਕੇਸ ਮਤਲਬ ਇਹ, ਕਿਉਂਕਿ ਏਜੀ ਸਾਹਿਬ ਤਾਂ ਹੈ ਨਹੀਂ ਸੀ, ਅਸ਼ੋਕ ਅਗਰਵਾਲ ਉਸ ਦਿਨ ਪੇਸ਼ ਹੋਏ ਸੀ ਜਿਹੜੇ ਸਾਬਕਾ ਏਜੀ ਨੇ ਡਿਪਾਰਟਮੈਂਟ ਵੱਲੋਂ। ਉਹਨਾਂ ਨੇ ਕਿਹਾ ਕਿ ਮੈਨੂੰ ਫਾਈਲ ਤਾਂ ਅੱਜ ਹੀ ਮਿਲੀ ਹੈ, ਮੈਂ ਦੇਖੂੰਗਾ, ਇਹਨੂੰ ਪੜੂੰਗਾ, ਮੈਨੂੰ 2-3 ਦਿਨ ਤੁਸੀਂ ਦੇ ਦਿਓ।
ਪਰ ਜਿਸ ਹਿਸਾਬ ਦਾ ਰੁਖ ਸੀਗਾ ਹਾਈ ਕੋਰਟ ਦਾ, ਉਸ ਤੋਂ ਇਹ ਲੱਗ ਰਿਹਾ ਸੀ ਵੀ ਕੇਸ ਤਾਂ ਇਹ ਸਰਕਾਰ ਨੇ ਹਾਰ ਜਾਣਾ ਹੈ। ਇਸ ਕਰਕੇ ਕੇਸ ਲੜਿਆ ਹੀ ਨਹੀਂ ਗਿਆ। ਉਸੇ ਦਿਨ ਹੀ ਅਗਲੇ ਦਿਨ ਜਾਂ ਜਿਸ ਦਿਨ ਵੀ ਡੇਟ ਸੀ 2 ਦਿਨ ਬਾਅਦ ਜਾ ਕੇ ਇਹ ਦੇਤੀ ਗਈ ਕਿ ਅਸੀਂ ਉਹ ਜਿਹੜੀ ਨੋਟੀਫਿਕੇਸ਼ਨ ਹੈ ਉਹ ਅਸੀਂ ਵਾਪਸ ਲੈ ਰਹੇ ਹਾਂ। ਤੇ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ, ਅਸੀਂ ਤੁਹਾਨੂੰ 2 ਦਿਨ ਦਿੰਦੇ ਹਾਂ, ਤੁਸੀਂ 2 ਦਿਨ ਦੇ ਵਿੱਚ ਉਹ ਨੋਟੀਫਿਕੇਸ਼ਨ ਜਿਹੜੀ ਹੈ ਉਹ ਵਾਪਸ ਲਓ। ਤੇ ਉਹ ਦਿੱਕਤ ਹੁਣ ਇਹ ਆ ਰਹੀ ਹੈ ਆਫੀਸਰ ਦੇ ਲੈਵਲ ਤੇ ਇਹ ਆ ਰਹੀ ਹੈ, ਜਾਂ ਦੂਜੇ ਵੀ ਪਾਸੇ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਤੇ ਵੀ ਆਂਦੀ ਹੈ ਇਹ ਚੀਜ਼ ਕਿ ਕੀ ਸਾਨੂੰ ਕੇਸ ਲੜਨਾ ਚਾਹੀਦਾ ਸੀ ਕਿ ਨਹੀਂ ਲੜਨਾ ਚਾਹੀਦਾ ਸੀ। ਸਰਕਾਰਾਂ ਨੂੰ ਤਾਂ ਮੈਨੂੰ ਲੱਗਦਾ ਲੜਨਾ ਚਾਹੀਦਾ ਹੀ ਹੁੰਦਾ ਹੈ। ਜਦੋਂ ਕੋਈ ਕੇਸ ਮੰਨ ਲਓ ਤੁਹਾਡੇ ਖਿਲਾਫ ਵੀ ਆ ਜਾਂਦਾ, ਇੱਕ ਫੈਸਲਾ ਸਰਕਾਰ ਦੇ, ਬਹੁਤ ਸਾਰੇ ਫੈਸਲੇ ਆਉਂਦੇ ਹੈ ਸਰਕਾਰਾਂ ਦੇ ਖਿਲਾਫ, ਕੋਰਟਾਂ ਆਏ ਦਿਨ ਦਿੰਦੀਆਂ ਰਹਿੰਦੀਆਂ ਨੇ, ਸੁਪਰੀਮ ਕੋਰਟਾਂ ਦਿੰਦੀਆਂ ਰਹਿੰਦੀਆਂ ਨੇ, ਸੈਂਟਰ ਗਵਰਨਮੈਂਟ ਦੇ ਖਿਲਾਫ ਕਿੰਨੇ ਫੈਸਲੇ ਆਉਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਅਫਸਰਾਂ ਨੂੰ ਟੰਗ ਦਈਏ, ਉਸ ਦੇ ਉੱਤੇ ਲੜਨਾ ਹੁੰਦਾ ਕਿ ਹਾਂ ਠੀਕ ਹੈ ਸਾਡੇ ਖਿਲਾਫ ਆ ਗਿਆ, ਕਿ ਅਸੀਂ ਅੱਗੇ ਸੁਪਰੀਮ ਕੋਰਟ 'ਚ ਇਹਦੇ ਖਿਲਾਫ ਜਾਣਾ ਕਿ ਨਹੀਂ ਜਾਣਾ। ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਉਹ ਸਾਰੀਆਂ ਚੀਜ਼ਾਂ ਤੋਂ ਬਚਿਆ ਗਿਆ। ਔਰ ਸਾਰਾ ਕੁਝ ਹੁਣ ਜਿਹੜਾ ਹੈਗਾ ਅਫਸਰ ਜਿਹੜੇ ਹੈਗੇ ਆ ਉਹ ਏਜੀ ਤੇ ਏਜੀ ਸਰਕਾਰ ਤੇ, ਮਤਲਬ ਬਲੇਮ ਗੇਮ ਦੇ ਵਿੱਚ ਗੱਲ ਉੱਜੀ ਹੋਈ ਹੈ। ਕੋਈ ਵੀ ਜ਼ਿੰਮੇਵਾਰੀ ਲੈਣਾ ਨਹੀਂ ਚਾਹੁੰਦਾ ਇਸ ਮਾਮਲੇ 'ਚ। ਤੁਸੀਂ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰ ਦਿਆਂ। ਜਿਸ ਦਿਨ ਅਗਰਵਾਲ ਸਾਹਿਬ ਪੇਸ਼ ਹੋਏ, ਜਿਹੜੇ ਏਜੀ ਰਹੇ ਨੇ ਪੰਜਾਬ ਦੇ, ਉਸ ਦਿਨ ਜਦੋਂ ਮਾਮਲਾ ਕਾਫੀ ਅੱਗੇ ਚਲੇ ਗਿਆ, ਮਾਣਯੋਗ ਚੀਫ ਜਸਟਿਸ ਸਾਹਿਬ ਨੇ ਉਹ ਸਾਰੇ ਦਸਤਾਵੇਜ਼ ਮੰਗ ਲਏ ਜਿਨ੍ਹਾਂ ਦੇ ਵਿੱਚ ਇਹ ਫੈਸਲੇ ਹੋਏ ਸੀ। ਮਾਮਲਾ ਸਿਰਫ ਇਸ ਗੱਲ ਤੇ ਫਸਿਆ ਸੀਗਾ ਕਿ ਇਹ ਤਰਕ ਸੰਗਤ ਹੈ ਕਿ ਨਹੀਂ, ਇਹ ਫੈਸਲਾ ਜਿਹੜਾ ਇਹ ਠੀਕ ਹੈ ਕਿ ਗਲਤ ਹੈ। ਤੇ 2 ਆਧਾਰ ਸੀ। ਪਹਿਲੀ ਗੱਲ ਤਾਂ ਇਹ ਸੀਗਾ ਕਿ ਜਿਹੜੀ ਧਾਰਾ ਥੱਲੇ ਪੰਚਾਇਤ ਐਕਟ ਦੀ ਜਿਹੜੀ ਧਾਰਾ ਥੱਲੇ ਇਹਨੂੰ ਭੰਗ ਕੀਤਾ ਗਿਆ, ਉਹਦੇ ਥੱਲੇ ਇਹ ਕਰ ਨਹੀਂ ਸਕਦੇ। ਮਾਮਲਾ 2002 ਦੀ ਜੱਜਮੈਂਟ ਦਾ ਉੱਥੇ ਆਇਆ ਸਾਹਮਣੇ ਕਿ ਨਹੀਂ ਕਰ ਸਕਦੇ ਜੀ, ਇਹ 1 2 4 5 10 ਕੈਟੇਗੋਰੀਕਲੀ ਤਾਂ ਕਰ ਸਕਦੇ, ਕੁਝ ਇੱਕ ਨੂੰ ਸਮੂਹਿਕ ਨਹੀਂ ਕਰ ਸਕਦੇ। ਜੇ ਸਮੂਹਿਕ ਕੀਤੀਆਂ ਤੇ ਉਹਦੇ ਲਈ ਆਧਾਰ ਕੀ ਬਣਾਇਆ ਗਿਆ। ਦੂਜਾ ਪੁਆਇੰਟ ਇਹ ਸੀ ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਨਹਿਤ ਆ, ਤੇ ਜਨਹਿਤ ਇਹ ਦੱਸਿਆ ਗਿਆ ਸੀ ਕਿ ਪੈਸੇ ਵਾਲੀ ਗੱਲ। ਤੇ ਜਦੋਂ ਇਹ ਬਲਤੇਜ ਸਿੰਘ ਸਿੱਧੂ ਐਡਵੋਕੇਟ, ਜਿਹੜੇ ਜਗਜੀਤ ਸਿੰਘ ਤਲਵੰਡੀ ਦੇ ਸੀ ਅਕਾਲੀ ਲੀਡਰ ਦੇ, ਉਹਨਾਂ ਨੇ ਦੂਜਾ ਸਵਾਲ ਇਹ ਉਠਾਤਾ ਕਿ ਫਿਰ ਤਾਂ ਜੀ ਜਿਹੜੀਆਂ ਇਹ MLAs ਵਾਲੀਆਂ ਚੋਣਾਂ ਨੇ, ਬਾਕੀ ਇਹਨਾਂ ਦੇ ਵਿੱਚ ਵੀ ਤਾਂ ਇਦਾਂ ਹੀ ਹੁੰਦਾ, ਫਿਰ ਤਾਂ ਇਹ ਵੀ ਡਿਸੋਲਵ ਕਰਕੇ ਚੋਣਾਂ ਲੜਿਆ ਕਰਨ। ਇਹ ਮਾਮਲਾ ਜਦੋਂ ਆਇਆ ਤਾਂ ਫਿਰ ਮੌਕੇ ਤੇ ਏਜੀ ਸਾਹਿਬ ਪਹੁੰਚੇ ਉਸ ਦਿਨ ਜਾਂ ਕਾਫੀ ਜਦੋਂ ਸਖਤ ਹੋ ਗਿਆ ਕੰਮ, ਤਾਂ ਏਜੀ ਸਾਹਿਬ ਮੌਕੇ ਤੇ ਪਹੁੰਚੇ। ਉਹਨਾਂ ਨੇ ਸਿਧਾਂਤਕ ਹਲਕੀ ਸਹਿਮਤੀ ਦਿੱਤੀ, ਥੋੜਾ ਜਿਹਾ ਸਿਰ ਹਿਲਾ ਕੇ ਕਿ ਗੱਲ ਤਾਂ ਠੀਕ ਹੈ ਜੀ, ਇੱਕ ਫੈਸਲਾ ਤਾਂ ਹੋ ਗਿਆ ਲਗਭਗ ਗਲਤ। ਤਾਂ ਹੀ ਫਿਰ ਉਹਨਾਂ ਆਪਣੀ ਸਰਕਾਰ ਨੂੰ ਸੂਚਿਤ ਕੀਤਾ ਵੀ ਇੱਥੇ ਲੜਨ ਦੀ ਲੋੜ ਹੈ ਨਹੀਂ, ਚੁੱਪ ਕਰਕੇ ਭੀੜੀ ਗਲੀ ਥਾਣੀ ਨਿਕਲ ਚੱਲੀਏ। ਇਹੀ ਸਵਾਲ ਹੋਇਆ ਨਾ ਜੀ ਭਾਸਕਰ ਸਾਹਿਬ। ਹੁਣ ਆਪਾਂ ਥੋੜਾ ਜਿਹਾ ਤੇ ਅੱਗੇ ਚੱਲੀਏ ਕਿ ਇੱਕ ਪੁਆਇੰਟ ਰਹਿ ਗਿਆ ਰੰਧਾਵਾ ਸਾਹਿਬ, ਜਿਹੜੀ ਆਪਾਂ ਪਹਿਲਾਂ ਇਹ ਗੱਲ ਕਰ ਰਹੇ ਸੀਗੇ ਨਾ ਕਿ 1000 ਕਰੋੜ ਰੁਪਏ ਦੇ ਜਿਹੜੇ ਮਾਮਲੇ ਹੈਗੇ ਆ ਉਹ ਰਾਸ਼ੀ ਖੁਰਦ-ਬੁਰਦ ਹੋ ਸਕਦੀ ਹੈ, ਉਹ ਵੀ ਫਾਈਲ ਦੇ ਉੱਤੇ ਨਹੀਂ ਹੈਗਾ, ਇਹ ਨਹੀਂ ਲਿਖਿਆ ਹੋਇਆ ਫਾਈਲ ਦੇ ਉੱਤੇ। ਦੂਸਰਾ ਨਾਲ ਦੀ ਨਾਲ ਉਹਨਾਂ ਨੇ ਇਸ ਨੂੰ ਜਸਟੀਫਾਈ ਕਰਨ ਲਈ ਇਹ ਵੀ ਆਇਆ ਕਿ 1400 ਕੰਪਲੇਂਟਸ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਵਿਜੀਲੈਂਸ ਕੋਲੇ, ਪਰ ਇਹ ਵੀ ਫਾਈਲ ਦੇ ਉੱਤੇ ਨਹੀਂ ਲਿਖਿਆ ਹੋਇਆ। ਇਹ ਸਾਰੀਆਂ ਚੀਜ਼ਾਂ ਵਰਬਲੀ ਨੇ, ਤਾਂ ਵਰਬਲੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਸਟੀਫਾਈ ਨਹੀਂ ਕੀਤੀਆਂ ਜਾ ਸਕਦੀਆਂ। ਤੁਹਾਡਾ ਮਤਲਬ ਕੋਰਟ 'ਚ ਦੱਸਿਆ ਗਿਆ ਕਿ ਲਗਭਗ ਬਹੁਤ ਸਾਰੀਆਂ ਪੰਚਾਇਤਾਂ ਦੇ ਖਿਲਾਫ 1400-1500 ਕੰਪਲੇਂਟਸ ਆਈਆਂ ਨੇ, ਔਰ ਇਹ ਗੱਲ ਜਦੋਂ ਰਿਕਾਰਡ ਤੇ ਲਿਆਉਣ ਲਈ ਕੋਰਟ ਨੇ ਕਿਹਾ ਵੀ ਜੇ ਆਈਆਂ ਨੇ ਤਾਂ ਲਿਆਓ, ਤਾਂ ਫਿਰ ਉਹ ਵੀ ਕੋਈ ਬਹੁਤਾ ਉਹਦੇ ਤੇ ਹਾਮੀ ਨਹੀਂ ਭਰੀ। ਇਹ ਵੀ ਜੀ ਉਹ ਮਤਲਬ ਫਾਈਲ ਦਾ ਹਿੱਸਾ ਹੀ ਨਹੀਂ ਸੀਗਾ। ਮਤਲਬ ਮੇਰਾ ਕਹਿਣ ਤੋਂ ਭਾਵ ਹੈ ਵੀ ਜਦੋਂ ਆਪਾਂ ਕੋਰਟ 'ਚ ਕੇਸ ਲੜਦੇ ਹਾਂ ਤੇ ਆਪਾਂ ਇੱਕ ਕਿਸ ਚੀਜ਼ ਦੇ ਉੱਤੇ ਲੜ ਰਹੇ ਹਾਂ ਉਹਦਾ ਇੱਕ ਆਧਾਰ ਤਿਆਰ ਕਰਦੇ ਹਾਂ, ਉਹ ਆਧਾਰ ਥੱਲੇ ਹੈ ਨਹੀਂ ਗੇ। ਚਾਹੇ ਤਾਂ ਅਸੀਂ ਜੋ ਪਬਲਿਕ ਇੰਟਰਸਟ ਦੇ ਉੱਤੇ ਜਦੋਂ ਕਹਿੰਦੇ ਹਾਂ ਵੀ ਅਸੀਂ ਕਰਦੀ ਹੈ, ਕਿਉਂਕਿ ਕਿਸੇ ਨੂੰ ਉਮੀਦ ਹੀ ਨਹੀਂ ਸੀਗੀ ਕਿ ਇਸ ਤਰ੍ਹਾਂ ਵੀ ਕੋਈ ਬੰਦਾ ਕੋਰਟ 'ਚ ਜਾ ਸਕਦਾ ਹੈ, ਕਿਉਂਕਿ ਉਹਨਾਂ ਨੂੰ ਤਾਂ ਸੀਗਾ ਵੀ ਪਹਿਲਾਂ ਵੀ ਭੰਗ ਹੁੰਦੀਆਂ ਰਹੀਆਂ ਨੇ ਤਾਂ ਹੁਣ ਵੀ ਹੋ ਗਈ ਹੈ, ਇਹਦੇ 'ਚ ਕੋਈ ਵੱਡੀ ਗੱਲ ਤਾਂ ਹੈ ਨਹੀਂ, 3 ਮਹੀਨੇ ਬਾਅਦ ਇਲੈਕਸ਼ਨ ਕਰਾਈ ਦੇਣੀ ਹੈ। ਲੇਕਿਨ ਕੋਈ ਬੰਦੇ ਜਾ ਵੀ ਸਕਦੇ ਆ ਕੋਰਟ 'ਚ। ਇਹ ਮੈਨੂੰ ਲੱਗਦਾ ਕਿ ਆਫਿਸਰ ਜਾਂ ਪੋਲੀਟੀਕਲ ਜਮਾਤ ਜਾਂ ਏਜੀ ਡਿਪਾਰਟਮੈਂਟ ਕੋਈ ਵੀ LR ਹੈ, ਸਾਰੇ ਬੰਦੇ ਇਸ ਗੱਲ ਨੂੰ ਥੋੜਾ ਇਗਨੋਰ ਕਰਕੇ ਕਿ ਕੋਈ ਬੰਦਾ ਇਸ ਨੂੰ ਲੈ ਕੇ ਕੋਰਟ 'ਚ ਵੀ ਜਾ ਸਕਦਾ। ਭਾਸਕਰ ਸਾਹਿਬ, ਹੁਣ ਅਗਲਾ ਮਰਹਲਾ ਇਹ ਹੈ ਕਿ ਜੋ ਹੋਇਆ ਹੋ ਗਿਆ, ਜਿਨ੍ਹਾਂ ਨੂੰ ਸਜ਼ਾ ਲੱਗਣੀ ਸੀ ਉਹ ਤਾਂ ਲੱਗ ਗਈ, ਉਹਨਾਂ ਦਾ ਜਿਹੜਾ ਸਰਵਿਸ ਰਿਕਾਰਡ ਉਹ ਤਾਂ ਦਾਗਦਾਰ ਹੋ ਗਿਆ। ਡੀਕੇ ਤਿਵਾੜੀ ਸਾਹਿਬ ਤਾਂ ਦੂਜੀ ਵਾਰੀ ਇਸ ਪੰਗੇ 'ਚ ਆ ਗਏ। ਹੁਣ ਵੇਖਣ ਵਾਲੀ ਗੱਲ ਇਹ ਆ ਕਿ ਇਹਦੇ ਵਿੱਚ ਬਾਕੀ ਅਫਸਰਸ਼ਾਹੀ ਦਾ ਰੁਖ ਕੀ ਆ, ਕੀ ਉਹ ਸਰਕਾਰ ਨੂੰ ਉਵੇਂ ਹੀ ਕੋਆਪਰੇਟ ਕਰੇਗੀ ਜਾਂ ਇੱਕ ਨਵਾਂ ਸੰਕਟ ਖੜਾ ਹੋ ਗਿਆ ਕਿ ਕੋਈ ਫੈਸਲੇ ਕਿਉਂ ਲਊਗਾ, ਬਚਣਗੇ ਐਮ ਪੋਸਟਿੰਗ ਲੈਣ ਤੋਂ ਵੀ ਸਾਰੇ ਝਿਜਕਣਗੇ। ਹੁਣ ਇਹ ਵੀ ਸਵਾਲ ਖੜਾ ਹੋ ਰਿਹਾ। ਮੈਨੂੰ ਲੱਗਦਾ ਹੁਣ ਜੇ ਕਿਸੇ ਨੂੰ ਪੋਸਟਿੰਗ ਮਿਲਦੀ ਉਹ ਪਹਿਲਾਂ ਹੀ 50 ਵਾਰੀ ਪੁੱਛਦਾ ਯਾਰ ਕੋਈ ਪੰਗਾ ਤਾਂ ਨਹੀਂ, ਕੀ ਕਹਿੰਦੇ ਹੋ?
ਇਹ ਪਹਿਲੀ ਵਾਰ ਨਹੀਂ ਹੈ ਜਦ ਇਸ ਤਰ੍ਹਾਂ ਦਾ ਅਫਸਰ ਦੇ ਵਿੱਚ ਇੱਕ ਡਰ ਜਿਹਾ ਪੈਦਾ ਹੋਇਆ ਹੈ ਕਿ ਜਦ ਤੁਸੀਂ ਸਰਕਾਰ ਦੇ ਆਖੇ ਲੱਗ ਕੇ ਕਿਸੇ ਫਾਈਲ ਨੂੰ ਅੱਗੇ ਵਧਾਉਂਦੇ ਹੋ ਤੇ ਉਹ ਸਰਕਾਰ ਉਸ ਫਾਈਲ ਦੇ ਵਾਸਤੇ ਤੁਹਾਨੂੰ ਹੀ ਰਿਸਪੌਂਸੀਬਲ ਠਹਿਰਾ ਦੇ। ਇੱਕ ਦਿਨ ਪਹਿਲੇ ਸਸਪੈਂਸ਼ਨ ਤੋਂ ਗੁਰਪ੍ਰੀਤ ਸਿੰਘ ਖਹਿਰਾ ਜਿਹੜੇ ਡਾਇਰੈਕਟਰ ਲੈਂਡ ਪੰਚਾਇਤ ਸੀਗੇ, ਉਹ ਇੱਕ ਐਫੀਡੇਵਿਟ ਦੇ ਕੇ ਹਟੇ ਸੀਗੇ ਔਰ ਬਿਲਕੁਲ ਕਹਿੰਦੇ ਸੀ ਜੋ ਕੁਝ ਹੋਇਆ ਪ੍ਰੋਸੀਜਰ ਦੇ ਹਿਸਾਬ ਨਾਲ ਹੋਇਆ। ਔਰ ਉਸ ਐਫੀਡੇਵਿਟ ਤੇ ਬੇਸਿਕਲੀ ਸਰਕਾਰ ਦੀ ਮੋਹਰ ਆਫੀਸ਼ੀਅਲੀ ਨਾ ਵੀ ਲੱਗੀ ਹੋਏ ਪਰ ਉਹ ਸਰਕਾਰ ਨੂੰ ਦਿਖਾ ਕੇ ਹੀ ਉਹ ਐਫੀਡੇਵਿਟ ਦਿੱਤਾ ਹੋਏਗਾ ਔਰ ਅਗਲੇ ਦਿਨ ਸਿਰੇ ਤੋਂ ਉਹ ਤੋਂ ਬੈਕ ਟਰੈਕ ਕਰਨਾ। ਹੁਣ ਇਹ ਇਨਕੁਆਇਰੀ ਹੋ ਰਹੀ ਹੈ ਵੀ ਇਹ ਫਾਈਲ ਲੀਕ ਕਿੱਥੇ ਹੋਈ। ਕੱਲ ਬਿਕਰਮ ਸਿੰਘ ਮਜੀਠੀਆ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਜਾਂ ਪੂਰੇ ਆਪੋਜੀਸ਼ਨ ਪਾਰਟੀ ਦੇ ਵਿੱਚ ਇਹ ਸੀਗਾ ਜੀ ਦੇਖੋ ਆਹ ਹੈਗੇ ਨੇ ਭਗਵੰਤ ਮਾਨ ਜੀ ਦੇ ਸਾਈਨ, ਔਰ ਜਿਹੜੇ 9 ਤਰੀਕ ਨੂੰ ਭਗਵੰਤ ਮਾਨ ਸਾਈਨ ਕਰਦੇ ਨੇ ਅਗਸਤ, ਔਰ ਉਸ ਤੋਂ ਪਹਿਲੇ ਅਗਸਤ 7 ਤੇ 9 ਤਰੀਕ ਨੂੰ ਉਹ ਜਿਹੜੇ ਲਾਲਜੀਤ ਸਿੰਘ ਭੁੱਲਰ ਹੈ ਉਹ ਵੀ ਸਾਈਨ ਕਰਦੇ ਨੇ। ਔਰ ਇਸ ਤਰ੍ਹਾਂ ਦਾ ਵੀ ਕਲੇਮ ਕੀਤਾ ਗਿਆ ਆਪੋਜੀਸ਼ਨ ਪਾਰਟੀ ਦੀ ਦੁਆਰਾ ਕਿ ਅਫਸਰਾਂ ਨੂੰ ਇੱਕ ਤਰੀਕੇ ਨਾਲ ਡਰਾ ਕੇ ਇੱਥੇ ਸਾਈਨ ਕਰਾਏ ਗਏ ਕਿਉਂਕਿ ਇਹ ਦਿੱਲੀ ਵਾਲਿਆਂ ਦੀ ਮਰਜ਼ੀ ਸੀਗੀ ਕਿ ਵੀ ਇਹ ਪੰਚਾਇਤਾਂ ਨੂੰ ਭੰਗ ਕੀਤਾ ਜਾਏ। ਚਲੋ ਇਹ ਤੇ ਗੱਲਾਂ ਹੈਗੀਆਂ। ਹੁਣ ਜਿਹੜੀ ਫਾਈਲ ਲੀਕ ਕਰਨ ਵਾਲੀ ਪ੍ਰੋਬ ਹੈ ਉਹ ਕਿੱਥੇ ਖੜੀ ਹੈ? ਇਹ ਪਹਿਲੀ ਵਾਰ ਨਹੀਂ ਹੈਗਾ ਕਿ ਇਦਾਂ ਦੀ ਫਾਈਲ ਲੀਕ ਹੋਈ ਹੈ। ਫਾਈਲਾਂ ਦੇ ਮਸਲੇ ਦੇ ਉੱਤੇ ਤੁਹਾਨੂੰ ਯਾਦ ਹੋਏਗਾ ਜਦ ਢੋਆ ਢੁਆਈ ਦੇ ਕੇਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਰਾਕੇਸ਼ ਸਿੰਗਲਾ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਦੀ ਫਾਈਲ ਸੀਗੀ ਟੈਂਡਰ ਅਲੋਟਮੈਂਟ ਕਮੇਟੀ ਤੋਂ ਲੈ ਕੇ ਉਹ ਜਿਹੜੀ ਢੋਆ ਢੁਆਈ ਦੇ ਕੇਸ ਦੇ ਵਿੱਚ ਕੰਟਰੈਕਟਰ ਜਿਹੜਾ ਉਹਨਾਂ ਨੂੰ ਚੇਅਰਮੈਨ ਅਪਾਇੰਟ ਕੀਤਾ ਗਿਆ, ਅੱਜ ਤੱਕ ਨਹੀਂ ਮਿਲੀ ਫਾਈਲ। ਕਟਾਰੂ ਚੱਕ ਉਹਨਾਂ ਇੱਕ ਵਾਰ ਰੋਲਾ ਜ਼ਰੂਰ ਪੈਂਦੇ ਨੇ ਮਿਲ ਗਈ, ਉਸ ਤੋਂ ਬਾਅਦ ਉਹ ਫਾਈਲ ਹਜੇ ਤੱਕ ਨਹੀਂ ਮਿਲੀ। ਬਹੁਤ ਸਾਰੇ ਕੇਸਿਸ ਦੇ ਵਿੱਚ ਫਾਈਲਾਂ ਦਾ ਰੋਲਾ ਔਰ ਫਾਈਲਾਂ ਦਾ ਟਾਈਮ ਤੋਂ ਨਾ ਮਿਲਣਾ ਇਹ ਸਿਰਫ ਗਵਰਨਮੈਂਟ ਦੇ ਉੱਚੇ ਪੱਧਰ ਤੇ ਹੀ ਨਹੀਂ ਹੈ। ਤੁਸੀਂ ਕਿਸੇ ਵੀ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਚਲੇ ਜਾਓ, ਨਗਰ ਨਿਗਮ ਦੇ ਦਫ਼ਤਰ ਚਲੇ ਜਾਓ, ਤੁਹਾਡੇ ਪਲਾਟ ਦੇ ਸੰਬੰਧਿਤ ਫਾਈਲਾਂ ਕਦੀ ਮਿਲਦੀ ਨਹੀਂ। ਪੈਸੇ ਪੂਸੇ ਦਿਓ ਤਾਂ ਫਾਈਲਾਂ ਮਿਲ ਜਾਂਦੀਆਂ। ਚਲੋ ਇਹ ਹੁਣ ਪ੍ਰੋਬ ਜ਼ਰੂਰ ਚੱਲੀ ਹੈ ਕਿਉਂਕਿ ਸਰਕਾਰ ਵਾਸਤੇ ਇੱਕ ਐਮਬੈਰਸਮੈਂਟ ਹੋਈ ਹੈ। ਉਸ ਐਮਬੈਰਸਮੈਂਟ ਤੋਂ ਬਚਣ ਵਾਸਤੇ ਇੱਕ ਕਾਗਜ਼ੀ ਤੌਰ ਤੇ ਹੈ ਫਾਈਲਾਂ ਦੀ ਲੀਕ ਕਿੱਥੋਂ ਹੋਈ। ਔਰ ਇਹ ਜਿਹੜਾ ਹੁਣ ਫੋਨ ਦੀ ਗੱਲ ਤੁਸੀਂ ਕੀਤੀ ਹੈ, ਟੈਲੀਫੋਨ ਦੇ ਰਾਹੀਂ ਅਫਸਰਾਂ ਦੁਆਰਾ ਇਹ ਫਾਈਲਾਂ ਦੀ ਫੋਟੋ ਖਿੱਚ ਲੈਣੀ। ਤੁਹਾਨੂੰ ਯਾਦ ਹੋਏਗਾ ਜਦ ਕਰਪਸ਼ਨ ਦੇ ਖਿਲਾਫ ਸਰਕਾਰ ਨੇ ਮੁਹਿੰਮ ਚਲਾਈ ਸੀ, ਲੋਕਾਂ ਨੂੰ ਇਹ ਗੱਲ ਕਹੀ ਸੀ ਤੁਸੀਂ ਫੋਨ ਲੈ ਕੇ ਜਾਓ ਅਫਸਰਾਂ ਦੇ ਕਮਰੇ ਦੇ ਵਿੱਚ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਦਿਓ ਔਨ, ਜੇ ਕੋਈ ਰਿਸ਼ਵਤ ਮੰਗਦਾ ਹੈ ਤੇ ਸਾਨੂੰ ਕਰੋ ਕੰਪਲੇਂਟ, ਅਸੀਂ ਲਵਾਂਗੇ ਐਕਸ਼ਨ। ਮੈਨੂੰ ਲੱਗਦਾ ਹੁਣ ਇਦਾਂ ਦੇ ਆਰਡਰ ਅਫਸਰਾਂ ਵਾਸਤੇ ਕੱਢਣੇ ਪੈਣਗੇ ਕਿ ਅਫਸਰ ਆਪਣੇ ਦਫ਼ਤਰ ਦੇ ਵਿੱਚ ਇਹ ਫੋਨ ਨਹੀਂ ਲੈ ਕੇ ਜਾਣਗੇ ਔਰ ਫੋਨ ਬਾਹਰ ਜਮ੍ਹਾਂ ਕਰਾ ਕੇ ਜਾਣਗੇ ਕਿਉਂਕਿ ਇਹ ਜਿਹੜੀ ਫੋਟੋ ਜਿਹੜਾ ਹੋ ਜਾਂਦਾ ਹੈ ਉਹਦੇ ਬਾਅਦ ਇਦਾਂ ਦੀ ਐਮਬੈਰਸਮੈਂਟ ਹੋ ਜਾਂਦੀ। ਮੈਨੂੰ ਲੱਗਦਾ ਥੋੜਾ ਜਿਹਾ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ। ਕੱਲ ਕੈਪਟਨ ਅਮਰਿੰਦਰ ਸਿੰਘ ਦੀ ਉਹ ਇੱਕ ਪੋਸਟ ਬੜੀ ਅਹਿਮ ਸੀ ਜਿੱਥੇ ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਬਈ ਜ਼ਿੰਮੇਵਾਰੀ ਆਪ ਲਓ, ਤੁਹਾਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਤੁਹਾਨੂੰ ਕਿਸੇ ਤੇ ਨਹੀਂ ਛੱਡਣੀ ਚਾਹੀਦੀ। ਮੈਨੂੰ ਯਾਦ ਆਉਂਦਾ ਗਵਰਨਰ ਪੰਜਾਬ ਨੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਪੀਰੀਅਡ ਦੇ ਵਿੱਚ ਚੀਫ ਸੈਕਟਰੀ ਤੇ ਡੀਜੀਪੀ ਪੰਜਾਬ ਨੂੰ ਤਲਬ ਕਰ ਲਿਆ ਸੀ ਕਿਸੇ ਮਾਮਲੇ 'ਚ, ਲੇਕਿਨ ਕੈਪਟਨ ਅਮਰਿੰਦਰ ਸਿੰਘ ਆਪ ਸਾਹਮਣੇ ਆਏ। ਉਹਨਾਂ ਨੇ ਕਿਹਾ ਜੀ ਮੈਂ ਹਰ ਕੰਮ ਲਈ ਮੈਂ ਜ਼ਿੰਮੇਵਾਰ, ਮੈਂ ਗ੍ਰਹਿ ਮੰਤਰੀ ਵੀ ਹਾਂ ਤੇ ਮੁੱਖ ਮੰਤਰੀ ਵੀ ਹਾਂ, ਤੁਸੀਂ ਜੋ ਪੁੱਛਣਾ ਮੈਨੂੰ ਪੁੱਛੋ, ਮੇਰੇ ਅਫਸਰਾਂ ਨੂੰ ਕੁਝ ਨਹੀਂ ਕਹਿ ਸਕਦੇ ਤੁਸੀਂ। ਸੋ ਉਹਦੇ ਨਾਲ ਇੱਕ ਵਿਸ਼ਵਾਸ ਬਣ ਜਾਂਦਾ ਅਫਸਰਾਂ ਦੇ ਵਿੱਚ। ਅਫਸਰ ਉਹਨਾਂ ਲਈ ਕਾਫੀ ਖੜੇ ਰਹਿੰਦੇ ਰਹੇ, ਭਾਵੇਂ ਚਲੋ ਖੈਰ ਇਹ ਵੀ ਪਹਿਲੂ ਆ ਵੀ ਉਹ ਪਾਰਟੀਆਂ ਵੀ ਬਥੇਰੀਆਂ ਕਰਦੇ ਸੀ, ਅਫਸਰ ਵੀ ਖੁਸ਼ ਰਹਿੰਦੇ ਸੀ ਤੇ ਸਾਨੂੰ ਤਾਂ ਕਦੇ ਉਹਨਾਂ ਸੱਦਿਆ ਨਹੀਂ, ਹੁਣ ਸੱਦਦੇ ਨੇ, ਹੁਣ ਸਾਡਾ ਜਾਣ ਨੂੰ ਜੀ ਨਹੀਂ ਕਰਦਾ। ਇਸ ਕਰਕੇ ਇਹ ਵੀ ਚੱਲਦੀਆਂ ਰਹਿੰਦੀਆਂ ਗੱਲਾਂ। ਪਰ ਇੰਦਰਪ੍ਰੀਤ ਜੀ ਹੋਰਾਂ ਬਾਗ ਲਾਇਆ ਤੇ ਇਹਨਾਂ ਨੇ ਨਾ ਜੀ ਅੰਗੂਰਾਂ ਦੀ ਦਾਰੂ ਬਣਾਉਣ ਦਾ ਇੱਕ ਐਕਸਪੈਰੀਮੈਂਟ ਸ਼ੁਰੂ ਕੀਤਾ। ਕਹਿੰਦੇ ਡਿਸਟਿਲਰੀ ਚਲਾਉਣੀ ਆ ਹੁਣ, ਹਾਸਾ ਠੱਠਾ। ਉਹ ਪਟਵਾਰੀਆਂ ਵਾਲੇ ਮਾਮਲੇ 'ਚ ਜਾਇਓ ਜੀ ਇੰਦਰਪ੍ਰੀਤ ਜੀ, ਕੀ ਬਣਿਆ ਲੇਟੈਸਟ ਪਤਾ ਲੱਗਿਆ ਜਿਹੜੇ ਟ੍ਰੇਨੀ ਸੀ ਉਹਨਾਂ ਨੂੰ ਵੀ ਸਰਕਾਰ ਥਾਪੜਾ ਦੇ ਰਹੀ ਵੀ ਆਓ ਆਪਾਂ ਇਹਨਾਂ ਨਾਲ ਝੁਕਣਾ ਨਹੀਂਗਾ, ਆਪਾਂ ਇਹਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ, ਲੜਾਂਗੇ ਸਾਥੀਓ। ਜਿੱਦਾਂ ਪਾਸ਼ ਦੀ ਕਵਿਤਾ ਨੇ ਕਿ ਆਪਾਂ ਲੜਾਂਗੇ ਜਾਵਾਂਗੇ ਉੱਡਦੇ ਬਾਜਾਂ ਮਗਰ। ਸੋ ਉੱਡਦੇ ਬਾਜਾਂ ਦੇ ਮਗਰ ਜਾਣ ਦਾ ਮਨ ਹੈ ਗਵਰਨਮੈਂਟ ਦਾ। ਤੇ ਮੈਨੂੰ ਦੱਸਿਓ ਜ਼ਰਾ ਕਿ ਕਿਹੜੇ ਪਟਵਾਰੀ ਜਿਹੜੇ ਰਿਟਾਇਰਡ ਉਹ ਵੀ ਜਾਂ ਜਿਹੜੇ ਨਵੇਂ ਕੋ ਭਰਤੀ ਕੀਤੇ ਸੀ ਤੇ ਟ੍ਰੇਨਿੰਗ 'ਚ ਉਹਨਾਂ ਨੂੰ ਵੀ ਲਿਆਉਣ ਦਾ ਫੈਸਲਾ। ਰੰਧਾਵਾ ਸਾਹਿਬ, 2 ਭਰਤੀਆਂ ਹੋਈਆਂ ਨੇ ਵੱਡੀਆਂ। ਇੱਕ ਤਾਂ 737 ਬੰਦਿਆਂ ਦੀ ਭਰਤੀ ਹੋਈ ਹੈ ਜਿਨ੍ਹਾਂ ਦਾ ਟ੍ਰੇਨਿੰਗ ਪੀਰੀਅਡ ਲਗਭਗ ਪੂਰਾ ਹੋ ਗਿਆ, 15 ਮਹੀਨੇ ਹੋ ਗਿਆ ਔਰ 18 ਮਹੀਨੇ ਦਾ ਵੈਸੇ ਟ੍ਰੇਨਿੰਗ ਪੀਰੀਅਡ ਹੁੰਦਾ, ਜਿਹੜਾ ਨਿਯਮਾਂ ਮੁਤਾਬਕ 18 ਮਹੀਨੇ ਦਾ ਹੈਗਾ, ਲੇਕਿਨ 15 ਮਹੀਨੇ ਦਾ ਉਹਨਾਂ ਦਾ ਪੂਰਾ ਹੋ ਚੁੱਕਿਆ। ਇੱਕ ਤਾਂ ਸਰਕਾਰ ਉਹਨਾਂ 737 ਬੰਦਿਆਂ ਨੂੰ ਇਹ ਜਿਹੜੇ ਖਾਲੀ ਹੋਏ ਨੇ, ਜਿਹੜੇ ਸਰਕਲ ਛੱਡਤੇ ਉਹਨਾਂ ਨੇ, ਉਹਨਾਂ ਦੇ ਉੱਤੇ ਲਗਾਉਣ ਜਾ ਰਹੀ ਹੈ। ਇੱਕ 710 ਨਵੀਂ ਭਰਤੀ ਹੋਰ ਹੋ ਚੁੱਕੀ ਹੈ, ਉਹਦੇ ਨਿਯੁਕਤੀ ਪੱਤਰ ਦੇਣੇ ਨੇ। ਇੱਕ ਉਹਨਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ ਕਿ ਪਹਿਲਾਂ ਹੀ ਉਹਨਾਂ ਨੂੰ ਸਿੱਧਾ ਫੀਲਡ 'ਚ ਉਤਾਰਿਆ ਜਾਵੇ ਤੇ ਉਹਨਾਂ ਦੇ ਨਾਲ ਜਿਹੜੇ ਰਿਟਾਇਰਡ ਬੰਦੇ ਪਟਵਾਰੀ ਹੈਗੇ, ਤੁਹਾਨੂੰ ਯਾਦ ਹੋਊਗਾ ਪਹਿਲਾਂ ਇੱਕ ਕੱਢਿਆ ਸੀ ਇਹਨਾਂ ਨੇ ਆਰਡਰ ਕਿ ਰਿਟਾਇਰਡ ਬੰਦੇ ਲੱਗਣਗੇ
ਉਹਨਾਂ ਦੀ ਸੇਵਾਵਾਂ ਵੀ ਲੈਣਗੇ। ਤੇ ਹਜੇ ਤਾਂ ਉਹ ਇੱਕ ਇੱਕ ਸਰਕਲ ਦੇ ਵਿੱਚ ਲੱਗੇ ਹੋਏ ਨੇ। ਮੇਰਾ ਖਿਆਲ ਹੈ ਕਿ ਜੋ ਮਤਲਬ ਰੈਵਨਿਊ ਡਿਪਾਰਟਮੈਂਟ ਦੀ ਜੋ ਤਿਆਰੀ ਹੈ ਉਸ ਤੋਂ ਇਹ ਲੱਗ ਰਿਹਾ ਹੈ ਕਿ ਉਹਨਾਂ ਬੰਦਿਆਂ ਨੂੰ ਵੀ ਇੱਕ ਤੋਂ ਲੈ ਕੇ ਜ਼ਿਆਦਾ ਸਰਕਲ ਦਿੱਤੇ ਜਾ ਸਕਦੇ ਹੈ ਤੇ ਨਾਲ ਉਹਨਾਂ ਨੂੰ ਟ੍ਰੇਨਿੰਗ ਜਿਹੜੇ ਬਿਲਕੁਲ ਫਰੈਸ਼ ਆਣਗੇ ਹੁਣ ਇਹਨਾਂ ਨੂੰ ਲਗਾਇਆ ਜਾ ਸਕਦਾ ਹੈ। ਸੋ ਸਰਕਾਰ ਨੇ ਲਗਭਗ 2000 ਤੋਂ ਲੈ ਕੇ 2200 ਤੱਕ ਸਰਕਲ ਜਿਹੜੇ ਨੇ ਉਹ ਇਸ ਰਾਹੀਂ ਪੂਰੇ ਕਰ ਲੈਣੇ ਆ। ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਜੇ ਇਹ ਹੋ ਗਿਆ ਤਾਂ ਫਿਰ ਪਟਵਾਰੀਆਂ ਦਾ ਵੀ ਲੰਬੇ ਸਮੇਂ ਤੱਕ ਸੰਘਰਸ਼ ਫਿਰ ਚੱਲਣਾ ਨਹੀਂ, ਕਿਉਂਕਿ ਸਾਡੇ ਕੋਲ ਟੋਟਲ ਖਾਲੀ ਪੋਸਟਾਂ ਵੀ 2046 ਨੇ ਜਿਹੜੀਆਂ ਛੱਡੀਆਂ। ਕਿਉਂਕਿ ਦੇਖੋ ਤੁਸੀਂ ਜੋ ਰੈਵਨਿਊ ਡਿਪਾਰਟਮੈਂਟ ਦਾ ਜੋ ਅੰਕੜਾ ਹੈ ਔਰ ਪਟਵਾਰ ਯੂਨੀਅਨ ਨੇ ਜੋ ਅੰਕੜਾ ਉਸ ਦਿਨ ਪ੍ਰੈਸ ਕਾਨਫਰੰਸ ਦਿੱਤਾ ਉਹਦੇ ਵਿੱਚ ਨਾ ਬਹੁਤ ਡਿਫਰੈਂਸ ਹੈ। तो ये डिफरेंस किस लेवल ते है ये हजे नहीं पता लग रहा है कि ये नहीं पता लग रहा कि जिहड़ी पटवार यूनियनां ने वो कुछ ज़्यादा वधा के दस रही ने या रेवन्यू डिपार्टमेंट घटा के दस रहा। तो ये हजे मिसमैच हैगा। पर मैं जिहड़ी तुहानूं गल दसी है कि जिहड़े नवीं भर्तियां होईयां ने उस नूं लैके सरकार जिहड़ी हैगी है ये तैयारी कर रही है। वैसे इन्होंने अजे एस्मा लागू तो नहीं किया, जिहड़े भावें ਉਹਨਾਂ ਨੇ ਫालतू ਕੰਮ ਹੀ ਛੱਡਿਆ, ਉਹਨਾਂ ਨੇ ਜਿਹੜੇ ਵਾਧੂ ਸਰਕਲ ਮਿਲੇ ਉਹੀ ਛੱਡਿਆ। ਪਰ ਕੱਲ ਸਰਦਾਰ ਹਮੀਤ ਸਿੰਘ ਜੀ ਜ਼ਿਕਰ ਕਰ ਰਹੇ ਸੀ ਵੀ ਉਹ ਵੀ ਤਾਂ ਗਵਰਨਮੈਂਟ ਦੇ ਆਰਡਰਸ ਹੀ ਹੋਣਗੇ ਨਾ, ਵੀ ਤੁਸੀਂ ਇਹਦੇ ਨਾਲ ਆ ਤੁਹਾਡੇ ਕੋਲ ਐਡੀਸ਼ਨਲ ਚਾਰਜ ਆ, ਤੇ ਜੇ ਉਹ ਐਡੀਸ਼ਨਲ ਚਾਰਜ ਗਵਰਨਮੈਂਟ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੇ ਛੱਡਤਾ ਤੇ ਕਾਰਵਾਈ ਤਾਂ ਉਹ ਵੀ ਬਣਦੀ ਹੈ। ਬਿਲਕੁਲ ਕਾਰਵਾਈ ਤਾਂ ਉਸ ਤੇ ਬਣਦੀ ਹੈ, ਪਰ ਮੈਨੂੰ ਲੱਗਾ ਕਿ ਹੁਣ ਸਰਕਾਰ ਟਕਰਾਓ ਦੇ ਮੂਡ 'ਚ ਨਹੀਂ ਹੈ, ਕਿਉਂਕਿ ਜਿਹੜਾ ਰੈਵਨਿਊ ਉਹਦਾ ਪੰਚਾਇਤਾਂ ਵਾਲਾ ਮਾਮਲਾ ਵੱਡਾ ਹੋ ਗਿਆ, ਉਸ 'ਚ ਵੀ ਅਫਸਰ ਨਾਰਾਜ਼ ਹੋਏ ਪਏ ਨੇ ਤੇ ਫਿਰ ਥੱਲੇ ਲੈਵਲ ਤੇ ਵੀ ਬਹੁਤ ਜ਼ਿਆਦਾ ਹੋਰ ਨਾਰਾਜ਼ਗੀ ਪਾਲਣ ਨਾਲੋਂ अच्छा है कि कोई एक मिडवे ਜਿਹੜਾ ਹੈਗਾ ਉਹ ਕੱਢ ਲਿਆ ਜਾਏ। ਫਿਰ ਉਦੋਂ ਐਸਮਾ ਲਾਉਣ ਦੀ ਐਡੀ ਕਿਹੜੀ ਕਾਲੀ ਸੀ ਵੀ ਉਦੋਂ ਕਿਸੇ ਨੇ ਕੋਈ ਲੱਤਾਂ 'ਚ ਡਾਂਗ ਫਸਾਈ ਸੀ ਕਿ ਵੀ ਭੱਜ ਕੇ ਜਾ ਕੇ ਆ ਕਰ ਦਾਂਗੇ ਉਹ ਕਰ ਦਾਂਗੇ। ਆਪਣੀ ਹਰ ਜ਼ਬਾਨ ਤੋਂ ਫਿਸਲੋਗੇ ਤਾਂ ਲੋਕ ਤੁਹਾਡੀ ਜ਼ਬਾਨ ਨੂੰ ਹੀ ਫਿਸਲਣ ਵਰਗੀ ਮੰਨਣਗੇ। ਮੈਂ ਭਾਸਕਰ ਸਾਹਿਬ ਅੱਗੇ ਚੱਲਦਾ ਹਾਂ। ਮਾਮਲਾ ਇਹ ਵੀ ਹੈ ਕਿ ਰਾਘਵ ਚੱਡਾ ਕੱਲ ਪੂਰੇ ਤਣ ਕੇ ਫੋਟੋ ਖਿਚਾ ਰਹੇ ਸੀ ਉੱਥੇ। ਕੇਜਰੀਵਾਲ ਸਾਹਿਬ ਨੇ ਰਾਘਵ ਚੱਡਾ ਨੂੰ ਪਾਰਟੀ ਦੇ ਵਿੱਚ ਨੰਬਰ 2 ਤੇ ਫਾਈਨਲ ਕਰਤਾ। ਉਹਦੇ ਵਿੱਚ ਸੰਜੇ ਸਿੰਘ, ਬਾਕੀ ਜਿੰਨੇ ਵੀ ABC, ਸਾਡੇ ਭਗਵੰਤ ਮਾਨ ਜੀ ਵੀ, ਉਹਨਾਂ ਸਾਰਿਆਂ ਨੂੰ ਇਸ ਜ਼ਿੰਮੇਵਾਰੀ ਤੇ ਨਹੀਂ ਭੇਜਿਆ ਗਿਆ। ਜਿਹੜੇ ਸਭ ਤੋਂ ਅਹਿਮ ਬੰਦੇ ਨੇ ਉਹ ਲਾਏ ਗਏ ਨੇ KC ਵੇਣੂਗੋਪਾਲ ਕਾਂਗਰਸ ਵੱਲੋਂ ਤੇ ਰਾਘਵ ਚੱਡਾ ਇਧਰੋਂ, ਕਿਉਂਕਿ ਸਾਡਾ ਸਿੱਧਾ ਸੰਬੰਧ ਪੰਜਾਬ ਨਾਲ ਦੋ ਪਾਰਟੀਆਂ ਦਾ ਹੀ ਹੈ ਇੱਥੇ। ਸੋ ਮੈਨੂੰ ਲੱਗ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਘਵ ਚੱਡਾ ਦੀ ਦਖਲ ਜ਼ਿਆਦਾ ਵੱਡੀ ਹੋ ਜਾਊਗੀ। ਹੁਣ ਜ਼ਿਆਦਾ ਦਖਲ ਹੋਊਗਾ। ਇਹ ਜਿਹੜਾ ਪਰਦੇ ਪਿੱਛੇ ਸੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਵੱਡੇ ਅਫਸਰ ਸਾਰੇ ਉਹਨਾਂ ਨੂੰ ਰਿਪੋਰਟ ਵੀ ਕਰ ਰਹੇ ਸੀ, ਉਹਨਾਂ ਤੋਂ ਡਾਇਰੈਕਸ਼ਨ ਵੀ ਲੈ ਰਹੇ ਸੀ, ਕੰਮ ਵੀ ਉਹਨਾਂ ਦੇ ਕਹੇ ਤੇ ਜ਼ਿਆਦਾ ਹੁੰਦੇ ਔਰ ਲਗਭਗ ਕੰਮ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ। ਇਹ ਕਲਚਰ ਅੰਦਰੋਂ ਜਿਹੜਾ ਪਤਾ ਲੱਗਦਾ ਹੈ, ਇਹ ਸਾਡੇ ਸੋਰਸ ਦੱਸਦੇ ਆ ਕਿ ਰਾਘਵ ਚੱਡਾ ਉਨੇ ਹੀ ਪਾਵਰਫੁਲ ਸੀਗੇ, ਭਾਵੇਂ ਕਿ ਉਹ ਬੈਕ ਸਟੇਜ ਸੀਗੇ। ਉਹਨਾਂ ਨੂੰ ਫਰੰਟ ਫੁੱਟ ਤੇ ਲੈਂਦਾ ਕੇਜਰੀਵਾਲ ਸਾਹਿਬ ਨੇ। ਇੱਕ ਤਾਂ ਮਾਮਲਾ ਇਹ ਹੈ ਕਿ ਹੁਣ ਕਾਂਗਰਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਦਰਮਿਆਨ ਜਦੋਂ ਸੀਟਾਂ ਦੀ ਵੰਡ ਦਾ ਮਾਮਲਾ ਆਊਗਾ ਤਾਂ ਇੱਥੇ ਰਾਘਵ ਚੱਡਾ ਵੱਡੇ ਹੋ ਜਾਣਗੇ। ਹੁਣ ਇਹਦੇ ਨਾਲ ਦੂਜਾ ਮਾਮਲਾ ਵੀ ਬਹੁਤ ਅਹਿਮ ਆ ਕਿ ਕੀ ਕਾਂਗਰਸੀ ਰਾਘਵ ਚੱਡਾ ਨੂੰ ਹੀ ਅਪਰੋਚ ਕਰਨਗੇ ਵੀ ਯਾਰ ਸਾਡੇ ਫਲਾਣੇ ਬੰਦੇ ਖਿਲਾਫ ਵਿਜੀਲੈਂਸ ਬੜੀ ਤੇਜ਼ ਆ, ਜਰਾ ਪੈਰ ਘੱਟ ਦੱਬੋ, ਰੇਸ ਤੋਂ ਪੈਰ ਚੱਕੋ। ਇਹ ਵੀ ਮਾਮਲਾ ਉੱਠੂਗਾ। ਫਿਰ ਸਰਕਾਰ ਦੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਉਹਦਾ ਕੀ ਬਣੂਗਾ? ਮਾਮਲੇ ਫਸ ਕੇ ਭਾਸਕਰ ਸਾਹਿਬ ਬੋਲੋ ਜਰਾ। ਕੱਲ ਦੀ ਜਿਹੜੀ ਇੰਡੀਆ ਮੀਟਿੰਗ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ, ਖਾਸ ਕਰਕੇ ਕੇਜਰੀਵਾਲ ਉਹਨਾਂ ਦੇ ਉਸ ਭਾਸ਼ਣ ਨੂੰ ਸੁਣੋ ਜਿਹੜੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀ, ਔਰ ਰਾਹੁਲ ਗਾਂਧੀ ਉਹਨਾਂ ਦੇ ਭਾਸ਼ਣ ਨੂੰ ਸੁਣੋ। ਦੋਨਾਂ ਨੇ ਇੱਕੋ ਜਗ੍ਹਾ ਅਟੈਕ ਰੱਖਿਆ ਔਰ ਇਹ ਗੱਲ ਤੈਅ ਹੋ ਗਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਭਰ ਦੇ ਵਿੱਚ, ਇਹ ਸਿਰਫ ਪੰਜਾਬ ਦਿੱਲੀ ਦੀ ਹੋਰ ਸੂਬਿਆਂ ਦੀ ਗੱਲ ਨਹੀਂ ਹੈ, ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਇੰਡੀਆ ਦੇ ਜਿਹੜੇ ਪਾਰਟਨਰ ਹੈਗੇ ਨੇ 28 ਪਾਰਟੀਆਂ ਆਪਣਾ ਆਪਣਾ ਹਿੱਸਾ ਮੰਗਣਗੇ। ਉਹਦੇ ਉੱਤੇ ਖੁੱਲ੍ਹ ਕੇ ਗੱਲ ਹੋਏਗੀ। ਔਰ ਕੇਜਰੀਵਾਲ ਉਹਨਾਂ ਨੇ ਤੇ ਆਪਣੀ ਸਪੀਚ ਦੇ ਵਿੱਚ ਚੇਚੇ ਤੌਰ ਤੇ ਇਹ ਗੱਲ ਕਹੀ ਹੈ ਕਿ ਇਹ ਗਠਬੰਧਨ ਦੇਸ਼ ਦੇ ਲੈਵਲ ਤੇ ਹੋਣਾ ਚਾਹੀਦਾ ਹੈ। ਜਦ ਇਹ ਗੱਲ ਚੱਲਦੀ ਹੈ ਫਿਰ ਪੰਜਾਬ ਦੇ ਵਿੱਚ ਇਹਦਾ ਅਸਰ ਜ਼ਰੂਰ ਪੈਂਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜਦ ਰਾਘਵ ਚੱਡਾ ਉਹਨਾਂ ਦਾ ਕੱਦ ਵੱਡਾ ਹੁੰਦਾ ਹੈ, ਉਹਦੀ ਧਮਕ ਪੰਜਾਬ ਦੇ ਵਿੱਚ ਸਾਫ਼ ਤੌਰ ਤੇ ਦੇਖੀ ਜਾਂਦੀ ਹੈ, ਭਾਵੇਂ ਉਹ ਅਫਸਰਸ਼ਾਹੀ ਹੋਣ, ਭਾਵੇਂ ਉਹ ਆਪੋਜੀਸ਼ਨ ਪਾਰਟੀ। ਬਾਜਵਾ ਸਾਹਿਬ ਜੋ ਕਦੀ ਰਾਘਵ ਚੱਡਾ ਉਹਨਾਂ ਨੂੰ ਲੈਕਮੀ ਬॉय ਕਹਿ ਕੇ ਬੁਲਾਉਂਦੇ ਸੀਗੇ, ਅੱਜ ਉਹਨਾਂ ਨੂੰ ਵੀ ਹੋ ਸਕਦਾ ਹੈ ਰਾਘਵ ਚੱਡਾ ਉਹਨਾਂ ਨਾਲ ਕੋਈ ਤਾਲਮੇਲ ਦੇ ਉੱਤੇ, ਕਿਉਂਕਿ ਗੱਲ ਤੇ ਜਦ ਸੀਟ ਸ਼ੇਅਰਿੰਗ ਦੀ ਹੋਣੀ ਹੈ ਤੇ ਉੱਥੇ ਇਹ ਗੱਲਾਂ ਦੇ ਨਾਲ ਚੱਲਣੀ ਹੈ ਕਿ ਵੀ ਕਿਹੜੀ ਸੀਟ ਕਿਹਨੂੰ। ਹੁਣ ਪੰਜਾਬ ਦੇ ਵਿੱਚ 8 ਸੀਟਾਂ ਦੇ ਉੱਤੇ 2019 ਦੇ ਵਿੱਚ ਕਾਂਗਰਸ ਜਿੱਤੀ ਸੀਗੀ। 8 ਵਿੱਚੋਂ ਚਲੋ 1 ਲੈ ਗਏ ਆਮ ਆਦਮੀ ਪਾਰਟੀ ਵਾਲੇ, ਜਲੰਧਰ ਵਾਲੀ, ਹੁਣ 7 ਰਹਿ ਗਈਆਂ। ਉਹਨਾਂ 7 ਦੇ ਉੱਤੇ ਕੀ
ਆਮ ਆਦਮੀ ਪਾਰਟੀ ਕਾਂਗਰਸ ਨੂੰ ਇਲੈਕਸ਼ਨ ਲੜਨ ਦੇਗੀ ਜਾਂ ਫਿਰ ਆਪਣੀ ਕੋਈ ਹੋਂਦ ਰੱਖੇਗੀ। ਇਹ ਚਲੋ ਗੱਲ ਦੀ ਹਜੇ ਸ਼ੁਰੂਆਤ ਹੈ, ਪਰ ਕੱਲ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਤੈਅ ਵੇ। ਜਿਹੜੀ ਬਾਜਵਾ ਸਾਹਿਬ ਇਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਦਾਂ ਦੇ ਬਿਆਨ ਦੇ ਰਹੇ ਨੇ, ਉਹਨਾਂ ਬਿਆਨਾਂ ਦੇ ਵਿੱਚ ਨਰਮੀ ਆਏਗੀ। ਹੁਣ ਦੇਖਣ ਵਾਲੀ ਗੱਲ ਹੈਗੀ ਹੈ ਕਿ ਕੋਈ ਕੀ ਕੇਸੀ ਵੇਣੂਗੋਪਾਲ, ਰਾਘਵ ਚੱਡਾ ਹੁਣ ਨਾਲ ਕਾਨੀ 'ਚ ਕੁਝ ਗੱਲ ਕਰਦੇ ਨੇ ਵੀ ਸਾਡੇ ਬੰਦਿਆਂ ਨੂੰ ਮਾੜਾ ਮੋਟਾ ਜੀ ਰਾਹ ਦਿਓ, ਪੰਜਾਬ ਦੇ ਵਿੱਚ ਤੁਸੀਂ ਦੁਖੀ ਕੀਤਾ ਹੋਇਆ ਸਾਨੂੰ। ਇਹਨਾਂ ਗੱਲਾਂ ਨੂੰ ਆਫੀਸ਼ੀਅਲੀ ਅੱਗੇ ਵਧਾਇਆ ਜਾਏਗਾ ਜਾਂ ਫਿਰ ਕਾਨੀ 'ਚ ਗੱਲ ਫੂਕ ਕੇ ਅੱਗੇ ਚੱਲेंगे। ਇਹ ਹੁਣ ਪੰਜਾਬ ਸਰਕਾਰ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈਗਾ ਜੇ ਇਸ ਅਲਾਈਅੰਸ ਨੂੰ ਅੱਗੇ ਸੀਟ ਸ਼ੇਅਰਿੰਗ ਦੇ ਤੌਰ ਤੇ ਵਧਾਉਂਦੇ ਨੇ, ਕਿਉਂਕਿ ਕੈਂਪੇਨ ਇਕੱਠੇ ਕਰਨ ਦੀ ਵੀ ਗੱਲ ਕੱਲ ਦੀ ਇੰਡੀਆ ਮੀਟਿੰਗ ਦੇ ਵਿੱਚ ਹੋਈ ਹੈ ਕਿ ਸਾਰੀ ਪਾਰਟੀਆਂ ਇਕੱਠੇ ਕੈਂਪੇਨ ਕਰਨਗੀਆਂ ਔਰ ਪੂਰੇ ਦੇਸ਼ ਦੇ ਵਿੱਚ ਕਰਨਗੀਆਂ। ਫਿਰ ਇਹ ਗੱਲ ਵੀ ਸਾਫ਼ ਹੈ ਕਿ ਬਾਜਵਾ ਸਾਹਿਬ ਔਰ ਭਗਵੰਤ ਮਾਨ ਉਹਨਾਂ ਨੂੰ ਇਕੱਠੇ ਕੈਂਪੇਨ ਕਰਨਾ ਪਏਗਾ ਇਸ ਇੰਡੀਆ ਅਲਾਈਅੰਸ ਵਾਸਤੇ। ਤੇ ਕਈ ਵਾਰ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਹੀ ਹੈ ਕਿ ਦੁਸ਼ਮਣੀਆਂ ਇੰਨੀ ਨਾ ਵਧਾਓ, ਬਾਅਦ ਚੋਂ ਜਦ ਤੁਸੀਂ ਗਲੇ ਲੱਗਣਾ ਹੋਏ ਤੇ ਗਲੇ ਪੈਣਾ ਤੁਹਾਨੂੰ ਭਾਰੀ ਪੈ ਜਾਏ। ਇਹ ਸਾਰੀ ਗੱਲਾਂ ਹੁਣ ਅੱਗੇ ਵੱਧਦੀ ਸ਼ੁਰੂ ਹੋਈ ਹੈ ਔਰ ਅਫਸਰਾਂ ਤੋਂ ਲੈ ਕੇ ਕਾਂਗਰਸੀਆਂ ਦੇ ਵਿੱਚ ਔਰ ਕਾਂਗਰਸੀਆਂ ਦੇ ਵਿੱਚ ਵੀ ਖਾਸ ਕਰਕੇ ਉਹ ਕਾਂਗਰਸੀ ਜਿਹੜੇ ਵਿਜੀਲੈਂਸ ਦੇ ਚੱਕਰ ਲਾ ਲਾ ਕੇ ਥੱਕ ਗਏ ਨੇ, ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ। ਜੇ ਰਾਹਤ ਮਿਲਦੀ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦੀ ਮੁਹਿੰਮ ਹੈ ਉਹਨੂੰ ਕਿੰਨੀ ਕੁ ਢਾਹ ਲੱਗੇਗੀ ਔਰ ਇਸ ਅਲਾਈਅੰਸ ਨੂੰ ਕਿੰਨਾ ਕੁ ਹੁੰਗਾਰਾ ਮਿਲੇਗਾ। ਇਹ ਸਾਰੀ ਗੱਲਾਂ ਨਾਲ ਦੇ ਨਾਲ ਹੀ ਹੁਣ ਪੰਜਾਬ ਦੇ ਵਿੱਚ ਤੁਰਨੀ ਸ਼ੁਰੂ ਹੋ ਗਈ। ਇੰਦਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਵਿਸ਼ਵਾਸ ਕਿੰਨਾ ਟੁੱਟੂਗਾ। ਜਿਨ੍ਹਾਂ ਨੂੰ ਰੱਦ ਕਰਕੇ ਇਹਨਾਂ ਨੂੰ ਜਿਤਾਇਆ, ਜਦੋਂ ਇਹ ਉਹਨਾਂ ਨਾਲ ਬਹਿਣਗੇ ਤਾਂ ਫਿਰ ਜਿਹੜੀ ਮੁਹਿੰਮ ਇਹਨਾਂ ਨੇ ਸ਼ੁਰੂ ਕੀਤੀ ਕਰਪਸ਼ਨ ਦੇ ਖਿਲਾਫ, ਜਦੋਂ ਉਹ ਦਮ ਤੋੜਦੀ ਨਜ਼ਰ ਆਊਗੀ, ਭਾਵੇਂ ਜ਼ਾਹਰਾ ਤੌਰ ਤੇ ਇਹ ਕਹਿਣ ਕਿ ਕਾਨੂੰਨ ਆਪਣਾ ਕੰਮ ਕਰੇਗਾ, ਏਜੰਸੀਆਂ ਆਪਣਾ ਕੰਮ ਕਰਨਗੀਆਂ, ਜਿਹਨੇ ਕੁਝ ਗਲਤ ਕੀਤਾ ਉਹ ਭੁਗਤੇਗਾ, ਪਰ ਅੰਦਰ ਖਾਤੇ ਸਭ ਨੂੰ ਪਤਾ ਕਿ ਕੱਲ ਉਹਨਾਂ ਕਾਂਗਰਸੀਆਂ ਨੇ ਜਿਹੜੇ ਦੀਵੇ ਬਨੇਰਿਆਂ ਤੇ ਜਗਾਏ ਹੋਣਗੇ ਵੀ ਚੰਗਾ ਹੋਇਆ, ਇਹ ਹੁਣ ਅਗਲੇ ਦਿਨਾਂ 'ਚ ਆਪਣੀ ਹਾਈ ਕਮਾਂਡ ਨਾਲ ਉਹ ਗੱਲ ਕਰਨ ਜੋਗੇ ਹੋ ਗਏ ਕਿ ਸਾਨੂੰ ਇੱਥੋਂ ਕਢਾਓ ਖਲ ਜਗਣ ਚੋਂ। ਸਵਾਲ ਕਾਫੀ ਅਹਿਮ ਆ ਕਿ ਹੁਣ ਜਦੋਂ ਇਹ ਸੀਟਾਂ ਦੀ ਵੰਡ ਹੋਊਗੀ, ਕੀ ਜਿਨ੍ਹਾਂ ਦਾ ਰੌਲਾ ਪੈਂਦਾ ਹੁੰਦਾ ਸੀ, ਕਦੇ 2-3 MPs ਦਾ ਰੌਲਾ ਮਾਝੇ ਵੱਲੋਂ ਪੈਂਦਾ ਸੀ ਵੀ ਇਹ ਅੱਛਾ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ, ਕੀ ਇਹ ਕੈਂਡੀਡੇਟ ਉਧਾਰੇ ਵੀ ਦਿੱਤੇ ਜਾ ਸਕਦੇ ਵੀ ਲਓ ਜੀ ਆਪਾਂ ਤੁਹਾਨੂੰ ਕੈਂਡੀਡੇਟ ਹੀ ਆਪਣਾ ਦੇ ਦਿੰਦੇ ਹਾਂ, ਆਮ ਆਦਮੀ ਪਾਰਟੀ ਲੜ ਲੇ ਤੇ ਕੈਂਡੀਡੇਟ ਹੋ ਜੇ ਕਾਂਗਰਸ ਦਾ? ਇਹ ਸਵਾਲ ਵੀ ਇਕੱਠੇ ਹੋਣ ਵਾਲੇ ਆ ਤੇ ਆਉਂਦੇ ਦਿਨਾਂ 'ਚ ਪੰਜਾਬ ਦੀ ਪੋਲਿਟਿਕਸ ਵਿੱਚ ਜਿਹੜੀ ਲੀਕ ਮਾਰ ਕੇ ਗੱਲ ਚੱਲਣ ਵਾਲੀ ਆ ਉਹਦੇ ਵਿੱਚ ਲੋਕਾਂ ਨੂੰ ਫੈਸਲਾ ਕੌਣ ਹੋਣਾ ਪੈਣਾ। ਕੀ ਇਹਨਾਂ ਨੂੰ ਸਿੱਧੀ ਸਮਰਥਨ ਉਵੇਂ ਹੀ ਮਿਲ ਜੂਗਾ ਜਿਵੇਂ ਅੱਗੇ ਮਿਲਦਾ ਰਿਹਾ? ਜੇ ਇਹ ਇਸ ਤਰ੍ਹਾਂ ਇਸ ਗੈਰ ਸਿਧਾਂਤਕ ਨੇ ਸਾਰੇ ਸਟੇਟ ਲੈਵਲ ਤੇ, ਉੱਪਰ ਤਾਂ ਦੇਖੋ ਸਿਧਾਂਤਕ ਹੋ ਸਕਦਾ ਵੀ ਅਸੀਂ ਮੋਦੀ ਨੂੰ ਹਟਾਉਣਾ ਹੈ, ਲੇਕਿਨ ਥੱਲੇ ਦੇ ਪੱਧਰ ਦੇ ਉੱਤੇ ਤੁਸੀਂ ਜਿਹੜੇ ਇੱਕ ਦੂਜੇ ਨਾਲ ਲੜ ਰਹੇ ਹੋ, ਜਦੋਂ ਇਕੱਠੇ ਹੋ ਕੇ ਲੜੋਗੇ ਤਾਂ ਲੋਕ ਸਪੋਰਟ ਕਿੰਨਾ ਕਰਨਗੇ? ਰੰਧਾਵਾ ਸਾਹਿਬ ਦੇਖੋ, ਪਹਿਲਾਂ ਵੀ ਮੈਂ ਇਹ ਗੱਲ ਕਹੀ ਸੀ ਕਿ ਥੱਲੇ ਵਾਲੇ ਲੈਵਲ ਦੇ ਉੱਤੇ ਬਹੁਤ ਵਿਰੋਧ ਹੈਗਾ, ਹਜੇ ਵੀ ਹੈਗਾ। ਮਤਲਬ ਤੁਸੀਂ ਕਿਸੇ ਵੀ ਕਾਂਗਰਸੀ ਲੀਡਰ ਨਾਲ ਗੱਲ ਕਰ ਲਓ ਉਹ ਵੀ, ਔਰ ਚਾਹੇ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰ ਨਾਲ ਕਰ ਲਓ ਉਹ ਵੀ, ਇਹ ਤਾਂ ਘੱਟੋ ਘੱਟ ਚਾਹੁੰਦੇ ਆ ਵੀ ਇੱਥੇ ਅਸੀਂ ਇਕੱਠੇ ਮਿਲ ਕੇ ਨਹੀਂ ਲੜ ਸਕਦੇ, ਸਾਡੇ ਦੋਨਾਂ ਲਈ ਦਿੱਕਤਾਂ ਹੈਗੀਆਂ ਨੇ। ਪਰ ਦੂਜੀ ਗੱਲ ਨਾਲ ਜਿਹੜੀ ਤੁਸੀਂ ਪਹਿਲਾਂ ਕਹੀ ਹੈ ਕਿ ਚਾਹੇ 7 ਸੀਟਾਂ ਕਾਂਗਰਸ ਨੂੰ ਆ ਜਾਣ, 8 ਉਹਨਾਂ ਨੂੰ ਆ ਜਾਣ, 5 ਉਹਨਾਂ ਨੂੰ ਆ ਜਾਣ, ਚਾਹੇ ਇਸ ਤੋਂ ਉਲਟਾ ਹੋ ਜਾਏ, ਆਮ ਆਦਮੀ ਪਾਰਟੀ ਕੋਲੇ ਹਜੇ ਵੀ ਉਸਦੇ ਕੱਦ ਦੇ ਲੀਡਰ ਨਹੀਂ ਹੈਗੇ ਜਿਹੜੇ ਮੈਂਬਰ ਪਾਰਲੀਮੈਂਟ ਵਾਸਤੇ ਖੜੇ ਕੀਤੇ ਜਾ ਸਕਦੇ ਆ। ਇਸ ਟਾਈਮ ਦੀ ਸਥਿਤੀ ਇਹ, ਬੇਸ਼ੱਕ ਉਹ ਠੀਕ ਹੈ ਕਿ ਇਸ ਟਾਈਮ 92 ਵਿਧਾਇਕ ਲੈ ਕੇ ਸੱਤਾ ਦੇ ਵਿੱਚ ਹੈ, ਪਰ ਦਿੱਕਤ ਹੈਗੀ ਹੈ। ਦੇਖੋ ਆਲਰੇਡੀ ਇੱਕ ਸੀਟ ਖਾਲੀ ਹੋਈ ਤਾਂ ਉਹਨਾਂ ਨੂੰ ਉਧਾਰਾ ਲੈਣਾ ਪਿਆ ਬੰਦਾ ਕਾਂਗਰਸ ਤੋਂ ਹੀ। ਸੋ ਇਹ ਚਾਂਸਸ ਰਹਿਣਗੇ ਕਿ ਕਾਂਗਰਸ ਆਪਣੇ ਬੰਦਿਆਂ ਨੂੰ, ਕਿਉਂਕਿ ਜਦੋਂ ਸੀਟ ਸ਼ੇਅਰਿੰਗ ਹੋਊਗੀ ਉਦੋਂ ਇਹ ਚੀਜ਼ਾਂ ਆਣਗੀਆਂ ਕਿ ਅਸੀਂ ਆਪਣੇ ਬੰਦੇ ਤੁਹਾਨੂੰ ਦੇ ਦਿੰਦੇ ਹਾਂ, ਕਿਉਂਕਿ ਜਿਹੜਾ ਇਹ ਐਂਟੀ ਡਿਫੈਕਸ਼ਨ ਲਾਅ ਹੈ ਉਹ ਫਿਰ ਦੂਜੇ ਬੰਦੇ ਨੂੰ ਉਧਰ ਇੱਧਰ ਜਾਣ ਨਹੀਂ ਦਿੰਦਾ। ਚੱਲੇਗੀ ਤਾਂ ਫਿਰ ਉਸ ਬੰਦੇ ਦੀ ਜਿਸ ਦੀ ਟਿਕਟ ਤੇ ਉਹ ਲੜੇ ਹੋਏ ਨੇ, ਪਰ ਬੰਦਾ ਤਾਂ ਆਪਣਾ ਸੈੱਟ ਹੋ ਜਾਏਗਾ। ਇਸ ਤਰ੍ਹਾਂ ਦਾ ਇੱਕ ਮਿਡਵੇ ਜਾਂ ਕੱਢਣ ਦੀ ਕੋਸ਼ਿਸ਼ ਹੋਊਗੀ, ਪਰ ਮੈਂ ਹਜੇ ਵੀ, ਮੈਨੂੰ ਇਹ ਕੋਈ ਪੱਕਾ ਨਹੀਂ ਹੈ ਕਿ ਇਹ ਸਮਝੌਤਾ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਲਾਗੂ ਹੋ ਪਾਏ। ਇਹਦਾ ਫਿਰ ਇਹ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਸਾਰੇ ਜਿਨ੍ਹਾਂ ਦੀ ਬਾਡੀ ਲੈਂਗੁਏਜ ਇੱਕੋ ਜਿਹੀ ਸੀ, ਜਿਨ੍ਹਾਂ ਨੇ ਕਿਸੇ ਵੀ ਮੁੱਦੇ ਤੇ ਵਿਰੋਧ ਦਰਜ ਨਹੀਂ ਕੀਤਾ, ਸਾਰੇ ਇਸ ਸਹਿਮਤੀ ਤੇ ਆ ਕਿ ਜੇ ਸਟੇਟਾਂ ਦੀ ਇਲੈਕਸ਼ਨ ਜਿਹੜੀ ਹੈ ਸਟੇਟਾਂ ਦੀ ਸਿਆਸਤ ਤੋਂ ਬਾਅਦ ਚ ਹੁੰਦੀ ਰਹੂਗੀ, ਪਹਿਲਾਂ ਅਸੀਂ ਇਹ ਇੱਕ ਵਾਰੀ ਖਲ ਜਗਣ ਮੁਕਾ ਲਈਏ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰੀਏ,
ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ। ਕੇਜਰੀਵਾਲ ਸਾਹਿਬ ਨੂੰ ਇੰਨੇ ਝਟਕੇ ਲੱਗੇ ਆ ਕਿ ਉਹ ਕਿਸੇ ਵੀ ਹੱਦ ਤੱਕ ਉਹ ਵੀ ਜਾਣ ਨੂੰ ਤਿਆਰ ਹੋ ਗਏ ਜਿਨ੍ਹਾਂ ਦੀ ਕੋਈ ਸੰਭਾਵਨਾ ਨਹੀਂ ਸੀ ਮੰਨੀ ਜਾ ਰਹੀ। ਕਾਂਗਰਸ ਇਸ ਲੜਾਈ ਦੀ ਮੋਢੀ ਹੋ ਕੇ ਲੜਨ ਵਾਲੀ ਜਮਾਤ ਹੈ, ਉਹ ਕਿੱਦਾਂ ਇਸ ਮਾਮਲੇ 'ਚ ਦੋ ਥਾਵਾਂ ਤੇ ਦਿੱਲੀ ਔਰ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਕਰੂਗੀ। ਫਿਰ ਜਦੋਂ ਕਿਉਂਕਿ 400 ਤੋਂ ਵੱਧ ਸੀਟਾਂ ਤੇ ਸਿੰਗਲ ਕੈਂਡੀਡੇਟ ਉਹਨਾਂ ਨੇ ਖਿਲਾਰਨ ਦਾ ਫੈਸਲਾ ਕੀਤਾ, ਮੈਨੂੰ ਲੱਗਦਾ ਹੁਣ ਤੇ ਉਹ ਸਾਰੀਆਂ ਤੇ ਹੀ ਕੋਸ਼ਿਸ਼ ਕਰਨਗੇ ਕਿ ਆਪਣਾ ਕੈਂਡੀਡੇਟ ਇੱਕ ਹੀ ਦਈਏ, ਭਾਵੇਂ ਕਿ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਰਹਿ ਜਾਣਗੀਆਂ ਪਿੱਛੇ, ਉਹ ਵੀ ਆਪਣਾ ਮਤਲਬ ਮਲਟੀ ਕਾਰਨਰ ਮੁਕਾਬਲੇ ਤਾਂ ਹੋਣਗੇ ਹੀ, ਪਰ ਜਿਹੜਾ ਪੰਜਾਬ ਦੇ ਵਿੱਚ ਸੀਟ ਵੰਡ ਆ ਉਹਦੇ ਤੇ ਦੋ ਰਾਵਾਂ ਹੀ ਨਹੀਂ ਹੈ, ਉਹ ਤੱਕ ਭਾਸਕਰ ਸਾਹਿਬ ਕਰਨਾ ਹੀ ਪੈਣਾ, ਹੋਰ ਕੋਈ ਹੱਲ ਬਚਿਆ ਹੀ ਨਹੀਂਗਾ ਪਿੱਛੇ। ਜੀ ਬਿਲਕੁਲ, ਜਿਸ ਤਰੀਕੇ ਨਾਲ ਇਹ ਗੱਲ ਤੁਰੀ ਹੈ ਉਹ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਦੇ ਲੀਡਰ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਕੇ ਹਟਿਆ, ਅਗਰ ਤੁਸੀਂ ਕੱਲ ਕੇਜਰੀਵਾਲ ਉਹਨਾਂ ਦਾ ਭਾਸ਼ਣ ਸੁਣੋ ਤੇ ਉਹ ਅਡਾਨੀ ਦੇ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਦੀ ਤਰਜ਼ ਦੇ ਉੱਤੇ ਮੋਦੀ ਸਾਹਿਬ ਨੂੰ ਘੇਰਦੇ ਨਜ਼ਰ ਆਉਂਦੇ ਨੇ, ਔਰ ਉਹ ਅਟੈਕ ਇੰਨਾ ਕੁ ਤਿੱਖਾ ਕਰਦੇ ਨੇ, ਰਾਹੁਲ ਗਾਂਧੀ ਦੇ ਚਿਹਰੇ ਦੇ ਉੱਤੇ ਮੁਸਕਾਨ ਸਾਫ਼ ਦੇਖੀ ਜਾ ਸਕਦੀ ਸੀ। ਏਦਾਂ ਦੇ ਹਾਲਾਤ ਦੇ ਵਿੱਚ ਹੁਣ ਬਾਜਵਾ ਸਾਹਿਬ ਜਾਂ ਫਿਰ ਦਿੱਲੀ ਵਾਲੇ ਅਜੇ ਮਾਕਨ ਦੀ ਗੱਲ ਕਰੀਏ ਜਾਂ ਸੰਦੀਪ ਦੀਕਸ਼ਿਤ ਦੀ ਗੱਲ ਕਰੀਏ, ਉਹ ਇਸ ਅਲਾਈਅੰਸ ਨੂੰ ਕਿਸ ਪੱਧਰ ਤੇ ਰੋਕ ਸਕਦੇ ਨੇ। ਹੁਣ ਤੇ ਸਿਰਫ ਵੇਟ ਐਂਡ ਵਾਚ ਦੀ ਪਾਲਿਸੀ ਅਡਾਪਟ ਕਰਨੀ ਪਏਗੀ, ਕਿਉਂਕਿ ਗੱਲ ਹੁਣ ਬਿੱਲੀ ਜਿੱਦਾਂ ਥੈਲਿਓਂ ਬਾਹਰ ਨਿਕਲ ਜਾਂਦੀ ਹੈ ਤੇ ਅੱਗੇ ਜਾ ਕੇ ਬਿੱਲੀ ਕਿਸ ਵੱਲ ਬਹਿੰਦੀ ਹੈ ਜਾਂ ਕੀ ਗੱਲ ਹੁੰਦੀ ਹੈ, ਹੁਣ ਤੇ ਇੰਤਜ਼ਾਰ ਸਿਰਫ ਇਸ ਗੱਲ ਦਾ ਹੈ। ਬਾਕੀ ਮੋਟੇ ਤੌਰ ਤੇ ਇਹ ਇੱਕ ਗੱਲ ਲੱਗਦੀ ਹੈ ਕਿ ਇਹ ਹੁਣ ਅਲਾਈਅੰਸ ਹੋਏਗਾ, ਪਰ ਦੇਖੋ ਅੱਗੇ ਚੱਲ ਕੇ ਅਲਾਈਅੰਸ ਦੇ ਮੁੱਦੇ ਦੇ ਉੱਤੇ, ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਕਾਫੀ ਰਫੜ ਪੈਣੇ ਹੈ ਇੰਡੀਆ ਅਲਾਈਅੰਸ ਦੇ ਵਿੱਚ। ਉਹਨਾਂ ਰਫੜਾਂ ਦੇ ਵਿੱਚੋਂ ਵੀ ਪੰਜਾਬ ਬਚ ਜਾਏ ਤੇ ਬਚ ਜਾਏ, ਪਰ ਮੋਟੇ ਤੌਰ ਤੇ ਇਹ ਇੱਕ ਸਹਿਮਤੀ ਬਣ ਗਈ ਹੈ ਕਿ ਇਹ ਅਲਾਈਅੰਸ ਹੋਏਗਾ। ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਾਂਗਰਸੀਆਂ ਦੀ ਬਹੁਤੀ ਵੱਟੀ ਨਹੀਂ ਜਾਣੀ, ਜਿਹੜੇ 5-4 ਵੱਡੇ ਕੱਦ ਦੇ ਆਗੂ ਆ ਜਿਨ੍ਹਾਂ ਨੂੰ ਦੂਰ ਤੱਕ ਦਿਸਦਾ ਹੈ ਕਿ ਇਸ ਤਰ੍ਹਾਂ ਦੇ ਗੱਠਜੋੜ ਤੋਂ ਬਾਅਦ ਸਾਡੀ ਜ਼ਮੀਨ ਕਿੰਨੀ ਕੁ ਬਚੂਗੀ, ਉਹਨਾਂ ਨੂੰ ਸ਼ਾਇਦ ਬਾਕੀ ਜਿਹੜਾ ਸਮੁੱਚਾ ਕਾਡਰ ਤੇ ਬਾਕੀ ਜਿਹੜੀ ਸਮੁੱਚੀ ਥੱਲੇ ਦੀ ਲੀਡਰਸ਼ਿਪ ਆ ਉਹਦੇ ਵਿਰੋਧ ਦਾ ਵੀ ਸਾਹਮਣਾ ਹੈ ਕਿ ਹਾਂ ਜੇ ਹੁੰਦਾ ਸਮਝੌਤਾ ਤੇ ਹੋਣ ਦਿਓ, ਤੁਹਾਡੇ ਕਿਤੇ ਤੁਹਾਡਾ ਪੇਟ ਦੁਖਦਾ। ਸੋ ਮੈਨੂੰ ਲੱਗਦਾ ਕਿ ਇਹ ਸ਼ਾਇਦ ਸਮਝੌਤਾ ਸਿਰੇ ਚੜ ਜਾਊਗਾ, ਸੀਟ ਵੰਡ ਹੋ ਜਾਊਗੀ। ਹੁਣ ਕਿੰਨੇ ਕਾਂਗਰਸੀਆਂ ਦੀ ਲੋਟਰੀ ਖੁੱਲਦੀ ਹੈ, ਕਿਉਂਕਿ ਇਸ ਵਾਰੀ ਕਾਫੀ ਸੰਭਾਵਨਾ ਹੋ ਸਕਦੀ ਹੈ ਕਿ ਉਹ ਪਾਰਲੀਮੈਂਟ 'ਚ ਪਹੁੰਚ ਜਾਣ ਜਿਹੜੇ ਇਸ ਗੱਠਜੋੜ ਵੱਲੋਂ ਲੜਨ। ਪਰ ਮੈਂ ਅੱਗੇ ਥੋੜਾ ਜਿਹਾ ਤੁਰਨਾ ਚਾਹੂੰਗਾ, ਭਾਸਕਰ ਸਾਹਿਬ ਤੁਸੀਂ ਅਗਲੀ ਗੱਲ ਵੀ ਨਾਲ ਹੀ ਕਰ ਦਿਓ ਕਿ ਜਿਹੜੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਆ, ਹੁਣ ਉਹਦੇ ਸਾਹਮਣੇ ਕਿੰਨੇ ਕੁ ਸੰਕਟ ਹੈ। ਇੰਦਰਪ੍ਰੀਤ ਜੀ ਤੋਂ ਗੱਲ ਸ਼ੁਰੂ ਕਰ ਲੈਂਦੇ ਆ, ਸਿੰਪਲ ਜੀ ਟਿੱਪਣੀ ਇੰਦਰਪ੍ਰੀਤ ਜੀ ਦੇ ਦਿਓ ਕਿ ਕਿੰਨੀ ਕੁ ਸਮੇਂ ਲੱਗ ਸਕਦਾ, ਅਜੇ ਤਾਂ ਸਿਰਫ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ, ਮਤਲਬ ਸੁਰਖੀ ਵੱਡੀ ਕੀਤੀ, ਹੋਰ ਵਿੱਚ ਕੱਢਣ ਪਾਉਣ ਲਈ ਕੱਖ ਨਹੀਂ। ਬਹੁਤ ਕਾਲੀ ਦੇ ਵਿੱਚ ਏਡੇ ਸੰਵਿਧਾਨਕ ਸੋਧ ਲਈ ਕੋਈ ਗੁੰਜਾਇਸ਼ ਬਾਕੀ ਨਹੀਂ ਆ, ਬਹੁਤ ਵੱਡੀ ਕਵਾਇਦ ਆ, ਬਹੁਤ ਜ਼ਿਆਦਾ ਇਹਨੂੰ ਪੱਧਰਾਂ ਦੇ ਉੱਤੇ ਸਮਝਣਾ ਪਊਗਾ ਤੇ ਲੜਨਾ ਪਊਗਾ ਇਹਦੇ ਨਾਲ। ਅਜੇ ਇਸ ਥਾਟ ਦੇ ਉੱਤੇ ਹੀ ਸਹਿਮਤੀ ਬਣਨੀ ਮੈਨੂੰ ਲੱਗਦਾ ਔਖੀ ਹੈ, ਕੀ ਕਹਿੰਦੇ? ਹਰਿੰਦਾਵਲ ਦੇਖੋ, ਹਜੇ ਤਾਂ ਮੈਨੂੰ ਲੱਗਦਾ ਪੋਲੀਟੀਕਲ ਤੌਰ ਤੇ ਜਿਹੜਾ ਹੈਗਾ ਉਹ ਡਿਫਰੈਂਟ ਪਾਰਟੀਆਂ ਨਾਲ ਹੀ ਸਹਿਮਤੀ ਬਣਾਈ ਜਾ ਰਹੀ ਹੈ ਕਿ ਕੀ ਆਪਾਂ ਉਸ ਤੇ ਵੱਧ ਸਕਦੇ ਹਾਂ ਕਿ ਨਹੀਂ ਵੱਧ ਸਕਦੇ। ਇੱਕ ਨੇਸ਼ਨ ਇੱਕ ਇਲੈਕਸ਼ਨ ਸੁਣਨ ਨੂੰ ਬੜਾ ਅੱਛਾ ਲੱਗਦਾ ਹੈ, ਜਦੋਂ ਤੁਸੀਂ ਇਹਦੇ ਫਾਇਦੇ ਗਿਣਾਉਂਦੇ ਹੋ ਤਾਂ ਵੀ ਬੜੇ ਅੱਛੇ ਲੱਗਦੇ ਹੈ ਵੀ ਜੀ ਇੱਕੋ ਵਾਰੀ ਇਲੈਕਸ਼ਨ ਹੋ ਜਾਇਆ ਕਰੇਗਾ, ਪੈਸਾ ਬਚ ਜਾਇਆ ਕਰੇਗਾ ਔਰ એનર્ਜੀ ਬਚ ਜਾਇਆ ਕਰੇਗੀ, ਲੋਕ ਕੰਮ ਕਰਨਾ ਸ਼ੁਰੂ ਕਰ ਦਿਆ ਕਰਨਗੇ। ਤੁਸੀਂ ਦੇਖਿਆ ਹੋਣਾ ਵੀ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਇਸ ਤੇ ਆ ਚੁੱਕਿਆ ਹੈ, ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚੋਂ ਇੱਕ ਇਲੈਕਸ਼ਨ ਇੱਕ ਨੇਸ਼ਨ ਦੇ ਉੱਤੇ ਉਹਨਾਂ ਨੂੰ ਇੱਕ ਰੀਜਨਲ ਪਾਰਟੀ ਦਾ ਸਮਰਥਨ ਤਾਂ ਮਿਲ ਗਿਆ। ਇਸ ਤਰ੍ਹਾਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਸੈਸ਼ਨ ਤੋਂ ਪਹਿਲਾਂ ਪਾਰਟੀ ਆਪਣੇ ਜਿਹੜੇ ਭਾਰਤੀ ਜਨਤਾ ਪਾਰਟੀ ਜਿੰਨੇ ਉਹਦੇ ਗੱਠਜੋੜ ਹੈਗੇ ਨੇ, ਘੱਟੋ ਘੱਟ ਉਹਨਾਂ ਨੂੰ ਤਾਂ ਇਸ ਗੱਲ ਲਈ ਮਨਾਈ ਲਏਗੀ ਕਿ ਉਹਦਾ ਸਮਰਥਨ ਕਰਨ। ਪਰ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇਹ ਐਡਾ ਸੌਖਾ ਕੰਮ ਨਹੀਂ ਹੈ, ਆਪਾਂ ਕੱਲ ਵੀ ਇਸ ਤੇ ਡਿਸਕਸ਼ਨ ਕੀਤੀ ਸੀ ਕਿ ਇਹ ਇੰਨਾ ਸੌਖਾ ਹੁੰਦਾ ਤਾਂ ਬਹੁਤ ਪਹਿਲਾਂ ਹੋ ਚੁੱਕਿਆ ਹੁੰਦਾ, ਕਿਉਂਕਿ ਮੈਂ ਜਿੱਥੇ ਤੱਕ ਮਤਲਬ ਸਮਝਿਆ ਸਾਰੀ ਚੀਜ਼ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਦੇ 2014 ਤੋਂ ਬੈਠੇ ਹੈ ਗੱਦੀ ਦੇ ਉੱਤੇ, ਉਹ ਲਗਾਤਾਰ ਇਸ ਗੱਲ ਦਾ ਉਹ ਵਕਾਲਤ ਕਰ ਰਹੇ ਹੈ ਕਿ ਇੱਕ ਇਲੈਕਸ਼ਨ ਹੋਣਾ ਚਾਹੀਦਾ ਪੂਰੇ ਕੰਟਰੀ ਦੇ ਵਿੱਚ। ਉਹਨਾਂ ਨੇ ਹੋਰ ਵੀ ਕੰਟਰੀ ਦੀਆਂ ਜਿਹੜੀਆਂ ਨੇ ਉਦਾਹਰਨਾਂ ਵੀ ਦਿੱਤੀਆਂ ਨੇ, ਤੇ ਪਰ ਸਾਡੇ ਮਤਲਬ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਨੇ। ਪਹਿਲਾਂ ਹੁੰਦਾ ਰਿਹਾ, ਜਿਵੇਂ ਭਾਸਕਰ ਸਾਹਿਬ ਨੇ ਕੱਲ ਦੱਸਿਆ ਵੀ 67 ਤੱਕ ਅਸੀਂ ਕਰਦੇ ਰਹੇ ਹਾਂ ਇੱਦਾਂ, ਪਰ ਇਹਦੇ 'ਚ ਕਈ ਸਵਾਲ ਨੇ ਕਿ ਜਿਵੇਂ ਲੋਕ ਸਭਾ ਮੰਨ ਲਓ ਕਈ ਵਾਰ ਭੰਗ ਹੋ ਜਾਂਦੀ ਹੈ। ਅੱਜ ਕੱਲ੍ਹ ਗੱਠਜੋੜ ਪਾਰਟੀਆਂ ਦੀ ਸਰਕਾਰਾਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਰਿਹਾ ਹੈ, ਤਾਂ ਉਸ ਤੇ ਮੰਨ ਲਓ ਕਿਸੇ ਇੱਕ ਪਾਰਟੀ ਨੂੰ ਮਿਲਦਾ ਹੀ ਨਹੀਂ ਪੂਰਾ ਸਮਰਥਨ ਔਰ ਅੱਗੇ ਜਾ ਕੇ ਉਹ ਲੋਕ ਸਭਾ ਟੁੱਟ ਜਾਂਦੀ ਹੈ, ਤਾਂ ਕਿ ਫਿਰ ਸਾਰੀ ਨੇਸ਼ਨ ਦੀਆਂ ਵਿਧਾਨ ਸਭਾ ਵੀ ਤੋੜੀਆਂ ਜਾਣਗੀਆਂ। ਇਹਦੇ ਬਹੁਤ ਸਾਰੇ ਉਹ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਆਰਟੀਕਲਸ ਨੇ, ਆਰਟੀਕਲ 83 ਹੈ, 84 ਹੈ, 174 ਹੈ, 176 ਹੈ, 355 ਹੈ। ਇਹ ਸਾਰੇ ਜਿਹੜੇ ਆਰਟੀਕਲਸ ਨੇ ਇਹ ਲੋਕ ਸਭਾ, ਵਿਧਾਨ ਸਭਾ
ਦੀ ਜਿਹੜੀ ਦਾ ਕਾਰਜਕਾਲ ਉਹ ਕਿੰਨਾ ਰਹੇ, ਉਹ ਬਣਾ ਕੇ ਰੱਖਣ ਦੇ ਵਿੱਚ ਉਹਦੇ ਤਰ੍ਹਾਂ ਹੀ ਬਣਦੇ ਆ। ਪਰ ਫਿਰ ਉਹਨਾਂ 'ਚ ਵੀ ਸੋਧ ਕਰਨੀ ਪਏਗੀ ਤੁਹਾਨੂੰ। ਮਤਲਬ ਮੈਨੂੰ ਲੱਗਦਾ ਕਿ ਹਜੇ ਪਹਿਲਾਂ ਸਰਕਾਰ ਨੂੰ ਸੈਸ਼ਨ ਦੇ ਵਿੱਚ ਇਹ ਬਿੱਲ ਲਿਆਉਣ ਤੋਂ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਇਹ ਬਿੱਲ ਦੇਣਾ ਚਾਹੀਦਾ ਸੀ, ਯੂਨੀਵਰਸਿਟੀਆਂ ਨੂੰ ਦੇਣਾ ਚਾਹੀਦਾ ਸੀ। ਹੋਰ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੇ ਸੰਸਥਾਨ ਹੈਗੇ ਆ ਜਿੱਥੇ ਦੇਖ ਕੇ ਇੱਕ ਰਾਏ ਬਣਾਈ ਜਾ ਸਕਦੀ ਹੈ, ਉਸ ਤੋਂ ਬਾਅਦ ਅੱਗੇ ਵਧਿਆ ਜਾਣਾ ਚਾਹੀਦਾ ਹੈ। ਇਹ ਕੋਈ ਹਰਜ ਨਹੀਂ ਹੈ ਕਿ ਜੇ ਕੋਈ ਉਸ 'ਚ ਹੋ ਜੇ, ਠੀਕ ਹੈ, ਖਰਚਾ ਬਹੁਤ ਘਟੇਗਾ। ਅਸੀਂ ਸਾਰੇ ਤੁਸੀਂ ਦੇਖ ਲਿਆ ਪੰਜਾਬ ਤੱਕ ਖਾਸ ਤੌਰ ਤੋਂ ਪੀੜਿਤ ਇਸ ਚੀਜ਼ ਦਾ। ਇੱਕ ਇਲੈਕਸ਼ਨ ਤੋਂ ਬਾਅਦ ਦੂਸਰਾ ਇਲੈਕਸ਼ਨ, ਦੋ ਹਰ ਸਾਲ ਇਲੈਕਸ਼ਨ ਹੁੰਦਾ ਪੰਜਾਬ ਦੇ ਵਿੱਚ, ਤਾਂ ਇੱਥੇ ਤਾਂ ਕੋਈ ਬੰਦਾ ਕੰਮ ਕਰ ਹੀ ਨਹੀਂ ਸਕਦਾ। ਐਟਲੀਸਟ ਕੋਈ ਇੱਕ ਇਲੈਕਸ਼ਨ ਤਾਂ ਤੁਸੀਂ ਮਿਡ ਵਿੱਚ ਨਾ ਕਰੋ। ਵਿਧਾਨ ਸਭਾ ਤਾਂ ਇਕੱਠੀ ਕੀਤੀ ਜਾ ਸਕਦੀ ਹੈ, ਜਾਂ ਜਿਹੜੀਆਂ ਪੰਚਾਇਤੀ ਜਾਂ ਨਗਰ ਨਿਗਮ ਦੀਆਂ ਚੋਣਾਂ ਨੇ ਉਹ ਘੱਟੋ ਘੱਟ ਕਰੀਆਂ ਲੱਗੇ। ਹੁਣ ਸਾਡੇ ਤਾਂ ਪ੍ਰੋਬਲਮ ਇਹ ਹੋ ਗਈ ਹੈ ਕਿ ਅੱਧੀਆਂ ਨਗਰ ਨਿਗਮ ਦੀਆਂ ਚੋਣਾਂ ਇੱਕ ਟਾਈਮ 'ਚ ਨੇ, ਅੱਧੀਆਂ ਨਗਰ ਨਿਗਮ ਦੀਆਂ ਚੋਣਾਂ ਇੱਕ ਟਾਈਮ 'ਚ ਨੇ। ਅਸੀਂ ਤਾਂ ਹਜੇ ਉਹ ਵੀ ਇਕੱਠੀਆਂ ਨਹੀਂ ਕਰ ਪਾਏ ਹੈਗੇ। ਸੋ ਸਵਾਲ ਬਹੁਤ ਨੇ, ਉੱਤਰ ਹਜੇ ਤੱਕ ਨਹੀਂ ਮਿਲਣੇ ਸ਼ੁਰੂ ਹੋਏ। ਤੁਸੀਂ ਠੀਕ ਕਹਿ ਰਹੇ ਹੋ। ਅਜੇ ਤਾਂ ਖਰੜਿਆਂ ਦਾ ਹੀ ਜੇ ਮਾਮਲੇ ਦੀ ਗੱਲ ਕਰੀਏ ਤਾਂ ਯੂਨੀਫਾਰਮ ਸਿਵਲ ਕੋਡ ਦਾ ਹੀ ਖਰੜਾ ਲੋਕ ਮੰਗੀ ਜਾਂਦੇ ਆ, ਉਹੀ ਕੋਈ ਨਹੀਂ। ਬਿੱਲ ਤਾਂ ਬਾਅਦ ਦੀਆਂ ਗੱਲਾਂ, ਪਹਿਲਾਂ ਕੋਈ ਖਰੜਾ ਹੀ ਹੋਵੇ, ਕੋਈ ਆਊਟਲਾਈਨ ਹੀ ਬਣੀ ਹੋਵੇ ਕਿਸੇ ਚੀਜ਼ ਦੀ। ਅਜੇ ਲਾ ਕਮਿਸ਼ਨ ਨੇ ਉਹਦੇ ਬਾਰੇ ਕੁਝ ਵੀ ਨਹੀਂ ਦੱਸਿਆ ਤੇ ਉਹਦਾ ਰੌਲਾ ਇੰਨਾ ਵੱਡਾ ਹੋ ਗਿਆ, ਪਾਰਟੀਆਂ ਹੱਕ 'ਚ ਦੇ ਖਿਲਾਫ ਖੜ ਵੀ ਗਈਆਂ। ਜਿੱਦਾਂ ਅਕਾਲੀ ਦਲ ਵਾਲੇ ਕੱਲ ਸਭ ਤੋਂ ਪਹਿਲਾਂ ਮੂਹਰੇ ਆ ਗਏ ਵੀ ਕਦੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਸਾਡੀ ਬਾਜੀ ਲੈ ਜੇ। ਤੇ ਮੈਨੂੰ ਲੱਗਦਾ ਹੈ ਕਿ ਭਾਸਕਰ ਸਾਹਿਬ ਇਹਦੇ ਉੱਤੇ ਵੀ ਬਿੱਲ ਤੋਂ ਪਹਿਲਾਂ ਇੱਕ ਖਰੜਾ ਹੁੰਦਾ ਹੈ। ਇਹ ਇਸ ਤਰੀਕੇ ਨਾਲ ਸੰਭਵ ਹੈ। ਮਤਲਬ ਕੋਈ ਇਹਨਾਂ ਚੀਜ਼ਾਂ ਦੇ ਐਕਸਪਰਟ, ਮਾਹਿਰ, ਵਿਸ਼ੇਸ਼ੱਗ ਉਹ ਆਪਣੀ ਇੱਕ ਖਰੜੇ ਰੂਪੀ ਰਿਪੋਰਟ ਪੇਸ਼ ਕਰਦੇ ਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਾਂ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਕੰਸੈਪਟ ਆ ਉਹ ਏਦਾਂ ਪ੍ਰੋਪਰ ਹੋ ਸਕਦਾ, ਮਟੀਰੀਅਲਾਈਜ਼ ਹੋ ਸਕਦਾ। ਉਹ ਤਾਂ ਕੁਝ ਵੀ ਨਹੀਂ ਹੈ, ਹਵਾ 'ਚ ਹੀ ਹੈ ਨਾ। ਗੋਬਿੰਦ ਸਾਹਿਬ ਦੀ ਅਗਵਾਈ ਦੇ ਵਿੱਚ ਬਣਾਤੀ ਕਮੇਟੀ। ਗੋਬਿੰਦ ਸਾਹਿਬ ਤਾਂ ਸਧਾਰਨ ਪੋਲੀਟੀਸ਼ੀਅਨ ਸੀਗੇ ਜਿਨ੍ਹਾਂ ਨੂੰ ਰਾਸ਼ਟਰਪਤੀ ਬਣਾ ਦਿੱਤਾ ਗਿਆ, ਕੱਦ ਉਹਨਾਂ ਦਾ ਵੱਡਾ ਹੈ। ਪਰ ਹੁਣ ਸੰਵਿਧਾਨਕ ਤੌਰ ਤੇ ਇਹਦੇ ਨਾਲ ਬੰਦੇ ਕਿੰਨੇ ਜੋੜੇ, ਕਿੰਨੇ ਬੰਦੇ ਇਸ ਕਮੇਟੀ 'ਚ ਹੋਣਗੇ, ਕਿਸ ਕਿਸ ਖੇਤਰ ਦੇ ਮਾਹਿਰ ਨੇ, ਸਾਡੇ ਸੰਵਿਧਾਨ ਦੇ ਅੰਤਰਗਤ ਇਹਨੂੰ ਹੋਂਦ ਵਿੱਚ ਲਿਆਉਣ ਲਈ ਕਿੰਨੀਆਂ ਹਰਡਲਸ ਪਾਰ ਕਰਨੀਆਂ ਪੈਣੀਆਂ। ਸੋ ਭਾਸਕਰ ਸਾਹਿਬ ਉਹ ਜ਼ਰੂਰ ਦੱਸ ਦਿਓ ਵੀ ਤਰੀਕਾਕਾਰ ਕੀ ਹੋਵੇ ਇਹਨੂੰ ਲਾਗੂ ਕਰਨ ਦਾ। ਇਹਦੇ ਤੇ ਤਾਂ ਬਹਿਸ ਹੋ ਸਕਦੀ ਹੈ, ਜਾਂ ਗਵਰਨਮੈਂਟ ਇਹਤੇ ਦੱਸੇ ਕਿ ਉਹ ਕਿੱਦਾਂ ਕਰਨਾ ਚਾਹੁੰਦੇ ਆ, ਫਿਰ ਉੱਤੇ ਲੋਕਾਂ ਦੀ ਰਾਏ ਮੰਗੀ ਜਾਵੇ, ਆਬਜੈਕਸ਼ਨ ਮੰਗੇ ਜਾਣ, ਉਹ ਤਾਂ ਅਲੱਗ ਗੱਲ ਆ। ਪਬਲਿਕ ਡੋਮੇਨ 'ਚ ਉਹਨੂੰ ਤੁਸੀਂ ਆਨਲਾਈਨ ਪਾ ਸਕਦੇ ਹੋ। ਜਿੱਦਾਂ ਖਰੜਾ ਪਾਏ ਬਿਨਾਂ ਲਾ ਕਮਿਸ਼ਨ ਨੇ ਲੋਕਾਂ ਕੋਲੋਂ ਮੰਗੀਆਂ ਹੋਈਆਂ UCC ਤੇ। ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਕਿੰਨੀਆਂ ਸੰਵਿਧਾਨਕ ਸੋਧਾਂ ਦਰਕਾਰ ਹੋਣਗੀਆਂ, ਕਿੰਨੇ ਪੱਧਰਾਂ ਤੇ ਗਵਰਨਮੈਂਟ ਨੂੰ ਲੜਨਾ ਪਏਗਾ, ਕਿੰਨੀਆਂ ਹਰਡਲਸ ਨੇ ਸੰਵਿਧਾਨ ਦੇ ਮੌਜੂਦਾ ਢਾਂਚੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣ ਲਈ, ਕਿੰਨਾ ਕੁਝ ਪਾਰ ਕਰਨਾ ਪਏਗਾ ਜਾਂ ਚੇਂਜ ਕਰਨਾ ਪਏਗਾ। ਜਦ ਪਰਸੋਂ ਇਹ ਅਨਾਉਂਸਮੈਂਟ ਹੋਈ ਕਿ ਪਾਰਲੀਮੈਂਟ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਂਦਾ ਹੈ ਔਰ ਉਹਦੇ ਵਿੱਚ ਪ੍ਰਹਲਾਦ ਜੋਸ਼ੀ ਜਿਹੜੇ ਪਾਰਲੀਮੈਂਟਰੀ ਅਫੇਅਰ ਦੇ ਮਿਨਿਸਟਰ ਹੈਗੇ ਨੇ, ਉਹ ਕੋਈ ਨਹੀਂ ਦੱਸਦੇ ਵੀ ਸਾਡਾ ਏਜੰਡਾ ਕੀ ਹੈ ਕੀ ਨਹੀਂ ਹੈਗਾ। ਪਰ ਇੱਕ ਅਫਵਾਹ ਦੇ ਤੌਰ ਤੇ ਗੱਲ ਅੱਗੇ ਵੱਧਦੀ ਹੈ, ਵਨ ਨੇਸ਼ਨ ਵਨ ਪੋਲ। ਔਰ ਅਗਲੇ ਦਿਨ ਸਵੇਰੇ ਯਾਨੀ ਕੱਲ ਸਵੇਰੇ ਰਾਮਨਾਥ ਕੋਵਿੰਦ ਫਾਰਮਰ ਪ੍ਰੈਜ਼ੀਡੈਂਟ ਨੂੰ ਇਸ ਕਮੇਟੀ ਦਾ ਅਧਿਕਸ਼ ਵੀ ਨਿਯੁਕਤ ਕਰ ਦਿੱਤਾ ਜਾਂਦਾ। ਔਰ ਜਦ ਰਾਮਨਾਥ ਕੋਵਿੰਦ ਉਹਨਾਂ ਦਾ ਨਾਮ ਆਉਂਦਾ ਹੈ ਤਾਂ ਇਹ ਗੱਲ ਆਉਂਦੀ ਹੈ ਕਿ ਅੱਜ ਤੱਕ ਐਦਾਂ ਦੀ ਇਲੈਕਸ਼ਨ ਦੇ ਮਸਲਿਆਂ ਦੇ ਉੱਤੇ ਕੋਈ ਕਮੇਟੀ ਬਣੀ ਹੋਏ ਤੇ ਉਹਦੇ ਵਿੱਚ ਫਾਰਮਰ ਪ੍ਰੈਜ਼ੀਡੈਂਟ ਉਹਨਾਂ ਨੂੰ ਕਿਸੇ ਕਮੇਟੀ ਦਾ ਹੈੱਡ ਬਣਾਇਆ ਗਿਆ। ਚਲੋ ਹੋਈ ਪਹਿਲੀ ਵਾਰ ਹੈ, ਪਰ ਕਈ ਵਾਰ ਬਹੁਤ ਸਾਰੀ ਗੱਲਾਂ ਪਹਿਲੀ ਵਾਰ ਹੁੰਦੀ ਹੈ। ਉਸ ਤੋਂ ਬਾਅਦ ਇਹ ਗੱਲਾਂ ਨਿਕਲ ਕੇ ਆਈਆਂ ਕਿ ਕਮੇਟੀ ਦੇ ਮੈਂਬਰ ਕੌਣ ਹੋਣਗੇ। ਥੋੜੀ ਜਿਹੀ ਗੱਲ ਤਸਵੀਰ ਸਾਫ਼ ਹੋਈ ਹੈ। ਫਾਰਮਰ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਔਰ ਫਾਰਮਰ ਚੀਫ ਇਲੈਕਸ਼ਨ ਕਮਿਸ਼ਨਰ ਤੇ ਫਾਰਮਰ ਕੈਬਨਿਟ ਸੈਕਟਰੀ ਇਹਦੇ ਮੈਂਬਰ ਹੋਣਗੇ। ਹਾਲਾਂਕਿ ਇਹ ਫਾਰਮਰ ਗਈ ਤੇ ਇਹ ਗੱਲ, ਲੇਕਿਨ ਕੌਣ ਹੋਣਗੇ? ਗਗੋਈ ਸਾਹਿਬ ਹੋਣਗੇ ਜਿਹੜੇ ਅੱਜ ਕੱਲ੍ਹ ਰਾਜ ਸਭਾ ਦੇ ਮੈਂਬਰ ਵੀ ਹੈਗੇ ਆ, ਜਾਂ ਕੋਈ ਹੋਰ ਹੋਣਗੇ, ਇਹ ਗੱਲ ਹਜੇ ਤੈਅ ਨਹੀਂ ਹੋਈ। ਹੁਣ ਇਹ ਗੱਲ ਜਦ ਅੱਗੇ ਤੁਰਦੀ ਹੈ ਤੇ ਇਹ ਸੰਭਵ ਹੈ ਜਾਂ ਨਹੀਂ ਹੈਗਾ, ਇਹਦੇ ਉੱਤੇ ਤਕਰੀਬਨ ਸਾਰੇ ਮੀਡੀਆ ਐਕਸਪਰਟਸ ਤੋਂ ਲੈ ਕੇ ਪੋਲੀਟੀਕਲ ਐਕਸਪਰਟਸ ਇਹਦੇ ਉੱਤੇ ਬਹਿਸ ਕਰਦੇ ਹੋਏ ਨਜ਼ਰ ਆਏ। ਗੱਲ ਨਿਕਲ ਕੇ ਆਈ ਹੈ ਕਿ ਘੱਟ ਤੋਂ ਘੱਟ 5 ਸੋਧਾਂ ਸੰਵਿਧਾਨ ਦੇ ਵਿੱਚ ਕਰਨੀ ਪੈਣਗੀਆਂ। ਉੱਥੇ ਗੱਲ ਮੁੱਕਦੀ ਨਹੀਂ ਹੈ। ਇਹ 5 ਸੋਧਾਂ ਤੋਂ ਬਾਅਦ ਵੀ ਇਹ ਚੀਜ਼ ਪੋਸੀਬਲ ਹੈ ਜਾਂ ਨਹੀਂ ਹੈ, ਉਹਦੇ ਉੱਤੇ ਅਟਕਲਾਂ ਅਕਸਰ ਲੱਗੇ ਹੋਣਗੇ। ਔਰ ਖਾਸ ਕਰਕੇ 5 ਸੋਧਾਂ ਦੀ ਗੱਲ ਕਰੀਏ ਤੇ ਇੱਕ ਨੰਬਰ ਤੇ ਸਮਝੋ ਆਰਟੀਕਲ 83(2) ਬ੍ਰੈਕਟ 'ਚ 2 ਆਉਂਦਾ ਹੈ, ਉਹਦੇ ਵਿੱਚ ਸੋਧ ਕਰਨੀ ਜ਼ਰੂਰੀ ਹੈ। ਜਿਹੜਾ ਆਰਟੀਕਲ ਕਹਿੰਦਾ ਹੈ ਕਿ ਲੋਕ ਸਭਾ ਦੀ ਟਰਮ ਨੂੰ 5 ਸਾਲ ਤੋਂ ਵੱਧ ਐਕਸਟੈਂਡ ਨਹੀਂ ਕੀਤਾ ਜਾ ਸਕਦਾ, ਲੇਕਿਨ ਹਾਂ ਇਹਨੂੰ ਉਸ ਤੋਂ ਪਹਿਲੇ ਡਿਸੋਲਵ ਜ਼ਰੂਰ ਕੀਤਾ ਜਾ ਸਕਦਾ ਹੈ। ਜੇ ਵਨ ਇਲੈਕਸ਼ਨ ਵਨ ਪੋਸਟ ਹੈ ਤੇ ਲੋਕ ਸਭਾ ਦੀ ਟਰਮ ਨੂੰ ਵੀ
ਹੋ ਸਕਦਾ ਐਕਸਟੈਂਡ ਕੀਤਾ ਜਾਣਾ ਜ਼ਰੂਰੀ ਹੋਏ, ਇਹਦੇ ਕਰਕੇ ਇਹਦੇ ਵਿੱਚ ਇੱਕ ਸੋਧ ਦੀ ਜ਼ਰੂਰਤ ਹੈ। ਦੂਜੀ ਸੋਧ ਆਰਟੀਕਲ 85 ਬ੍ਰੈਕਟ ਵਿੱਚ 2 ਕਹਿੰਦੇ ਹਨ ਉਹਨੂੰ, ਉਹਦੇ ਵਿੱਚ ਇਹ ਕਹਿੰਦੇ ਨੇ ਕਿ ਜਦੋਂ ਵੀ ਲੋਕ ਸਭਾ ਦਾ ਡਿਸੋਲੂਸ਼ਨ ਹੁੰਦਾ ਹੈ ਜਾਂ ਵਿਧਾਨ ਸਭਾ ਦਾ ਡਿਸੋਲੂਸ਼ਨ ਡਿਸੋਲਵ ਹੁੰਦੀ ਹੈ, ਤੇ ਉਹਦੇ ਵਿੱਚ ਜਿਹੜਾ ਉਹ ਟਰਮ ਹੈਗੀ ਹੈ ਹਾਊਸ ਦੀ, ਉਹ ਉਸੇ ਵਕਤ ਖਤਮ ਹੋ ਜਾਂਦੀ ਹੈ, ਔਰ ਇਟ ਕੈਨੋਟ ਬੀ ਐਗਜ਼ਿਸਟਡ ਓਨਲੀ ਜਦ ਦੁਬਾਰਾ ਇਹ ਟਰਮ ਐਗਜ਼ਿਸਟ ਕਰੇਗੀ ਨਵੇਂ ਇਲੈਕਸ਼ਨ ਜਾਂ ਨਵੇਂ ਜਨਰਲ ਇਲੈਕਸ਼ਨ ਤੋਂ ਬਾਅਦ ਹੀ ਕਰੇਗੀ, ਯਾਨੀ ਉਸ ਵਕਤ ਕੋਈ ਵੀ ਲੋਕ ਸਭਾ ਜਾਂ ਰਾਜ ਸਭਾ ਐਗਜ਼ਿਸਟ ਨਹੀਂ ਕਰੇਗੀ। ਤੀਜਾ ਹੈਗਾ ਆਰਟੀਕਲ 172(1), ਉਹ ਕਹਿੰਦਾ ਹੈ ਕਿ ਸਟੇਟ ਅਸੈਂਬਲੀ ਅਨਲੈਸ ਡਿਸੋਲਵਡ ਸ਼ੈਲ ਕੰਟੀਨਿਊ ਫॉर 5 ਇਅਰਸ, ਯਾਨੀ ਜੇ ਪੰਜਾਬ ਦੇ ਮੁੱਦੇ ਨੂੰ ਲੈ ਲਈਏ, ਹਜੇ 1.5 ਸਾਲ ਹੋਇਆ ਇਲੈਕਸ਼ਨ ਦਾ, ਜੇ ਇਹ ਫੈਸਲਾ ਸਿਰੇ ਚੜ ਜਾਂਦਾ ਹੈ ਤੇ ਇਸ ਅਸੈਂਬਲੀ ਨੂੰ ਡਿਸੋਲਵ ਕਰਨਾ ਪਏਗਾ, ਔਰ ਉਹਦੇ ਵਿੱਚ ਜਿਹੜਾ ਆਰਟੀਕਲ 172 ਕਹਿੰਦਾ ਹੈ ਕਿ ਵੀ ਤੁਸੀਂ ਇਹਨੂੰ ਕੰਟੀਨਿਊ ਰੱਖਣਾ ਪਏਗਾ 5 ਸਾਲ ਤੇ ਘੱਟ ਤੋਂ ਘੱਟ 5 ਸਾਲ ਵਾਸਤੇ। ਫਿਰ ਉਸ ਤੋਂ ਬਾਅਦ ਆਰਟੀਕਲ 174(2)(b ਇਹ ਕਹਿੰਦਾ ਕਿ ਗਵਰਨਰ ਉਹਨਾਂ ਕੋਲ ਇਹ ਰਾਈਟ ਤੇ ਹੈਗੇ ਨੇ ਕਿ ਡਿਸੋਲਵ ਕਰਨ ਦੇ ਕਿਸੇ ਵੀ ਅਸੈਂਬਲੀ ਨੂੰ, ਬਟ ਔਨ ਦੀ ਰਿਕਮੈਂਡੇਸ਼ਨ ਆਫ ਕਾਉਂਸਲ ਆਫ ਮਿਨਿਸਟਰ, ਯਾਨੀ ਕੈਬਨਿਟ ਡਿਸੋਲਵ ਕਰਨ ਦੀ ਕੋਈ ਰਿਕਮੈਂਡੇਸ਼ਨ ਦਿੰਦਾ ਤਦ ਹੀ ਡਿਸੋਲਵ ਕਰ ਸਕਦੇ ਆ। ਹਾਂ, ਗਵਰਨਰ ਆਪਣਾ ਵੀ ਵਿਵੇਕ ਬੁੱਧੀ ਯੂਜ਼ ਕਰ ਸਕਦੇ ਨੇ ਜਦ ਉਹਨਾਂ ਨੂੰ ਇਹ ਲੱਗੇ ਕਿ ਉਹ ਚੀਫ ਮਿਨਿਸਟਰ ਹੁਣ ਮਾਈਨੋਰਿਟੀ ਦੇ ਵਿੱਚ ਹੈ, ਉਹਦੇ ਕੋਲ ਮੈਜੋਰਿਟੀ ਨਹੀਂ ਹੈਗੀ। ਫਿਰ ਆਰਟੀਕਲ 356 ਜਿਸ ਤਰੀਕੇ ਨਾਲ ਪ੍ਰੈਜ਼ੀਡੈਂਟ ਰੂਲ ਲਾਇਆ ਜਾਂਦਾ ਹੈ, ਉਹਦੇ ਵੀ ਪ੍ਰੋਸੀਜਰ ਨੂੰ ਚੇਂਜ ਕਰਨਾ ਪਏਗਾ, ਤਾਂ ਹੀ ਇਹ ਸੰਭਵ ਹੈ ਵਨ ਨੇਸ਼ਨ ਵਨ ਪੋਲ। ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਵੀ ਕਹਿ ਕੇ ਹੁਣੇ ਥੋੜੀ ਦੇਰ ਪਹਿਲੇ ਕਿਹਾ ਕਿ 1967 ਦੇ ਤੱਕ ਇਹ ਵਨ ਨੇਸ਼ਨ ਵਨ ਪੋਲ ਸੀਗਾ, 1952 ਤੋਂ ਲੈ ਕੇ। ਬਾਅਦ ਚੋਂ ਜਦ ਕੁਝ ਸਰਕਾਰਾਂ ਭੰਗ ਕਰ ਦਿੱਤੀਆਂ ਜਾਂਦੀਆਂ ਤੇ ਫਿਰ ਇਹ ਆਰਡਰ ਟੁੱਟ ਜਾਂਦਾ ਹੈ। ਹੁਣ ਇਹ ਸਾਰੀ ਅਮੈਂਡਮੈਂਟ ਹੋ ਵੀ ਜਾਂਦੀ ਹੈ, ਉਸ ਤੋਂ ਬਾਵਜੂਦ ਵੀ ਸਾਰੀ ਪੋਲੀਟੀਕਲ ਪਾਰਟੀਆਂ ਦਾ ਕੰਸੈਂਸਸ ਜ਼ਰੂਰੀ ਹੈ, ਯਾਨੀ ਉਹਨਾਂ ਦੀ ਰਾਏ ਸਹਿਮਤੀ ਲੈਣੀ ਵੀ ਜ਼ਰੂਰੀ ਹੈ, ਜਾਂ ਫਿਰ ਘੱਟ ਤੋਂ ਘੱਟ ਜਿਹੜੀ ਜਿੰਨੀ ਇੰਡੀਆ ਦੇ ਵਿੱਚ ਸਟੇਟਸ ਹੈਗੀਆਂ ਉਹਦੇ ਵਿੱਚੋਂ ਅੱਧੀਆਂ ਦੀ ਅਸੈਂਬਲੀ ਦੇ ਵਿੱਚ ਬਕਾਇਦਾ ਰੈਜ਼ੋਲੂਸ਼ਨ ਪਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਵਨ ਨੇਸ਼ਨ ਵਨ ਪੋਲ ਦਾ ਜਿਹੜਾ ਟਰਮ ਹੈਗੀ ਹੈ ਜਾਂ ਇਹ ਜਿਹੜਾ ਆਈਡੀਆ ਹੈਗਾ ਉਹ ਸਾਨੂੰ ਬਿਲਕੁਲ ਐਕਸੈਪਟਡ ਹੈਗਾ। ਇੱਦਾਂ ਦੀ ਅਗਰ ਤੁਸੀਂ ਗੱਲ ਕਰੀਏ, ਕੁਝ ਬਾਹਰ ਦੀ ਕੰਟਰੀਆਂ ਦਾ ਵੀ ਕੱਲ ਜ਼ਿਕਰ ਹੋਇਆ, ਸਾਊਥ ਅਫਰੀਕਾ ਦੇ ਵਿੱਚ ਇੱਦਾਂ ਦਾ ਟ੍ਰੈਂਡ ਹੈਗਾ ਜਿਹਦੇ ਵਿੱਚ ਛੋਟੀ ਵੱਡੀ ਚੋਣਾਂ ਇਕੱਠੀਆਂ ਹੁੰਦੀਆਂ। ਉਸ ਤੋਂ ਇਲਾਵਾ ਸਵੀਡਨ ਦੇ ਵਿੱਚ ਉਹਨਾਂ ਨੇ ਤੇ ਇੱਕ ਡੇਟ ਫਿਕਸ ਕਰ ਦਿੱਤੀ ਹੈ ਕਿ ਸੈਕਿੰਡ ਸੰਡੇ ਆਫ ਸਪਟੈਂਬਰ 4 ਸਾਲ ਤੋਂ ਬਾਅਦ, ਉਹਦੇ ਬਾਅਦ ਉਸ ਪਾਰਲੀਮੈਂਟ ਦੀ ਜਾਂ ਉਹਨਾਂ ਦੇ ਹਾਊਸ ਦੇ ਇਲੈਕਸ਼ਨ ਹੋ ਹੀ ਜਾਂਦੇ। ਯੂਕੇ ਦੇ ਵਿੱਚ ਵੀ ਕੁਛ ਏਦਾਂ ਦੀ ਹੀ ਟਰਮਸ ਹੈਗੀ ਹੈ। ਭਾਰਤ ਦੇ ਵਿੱਚ ਇਹ ਚੀਜ਼ ਸੌਖੀ ਨਹੀਂ ਹੈ, ਪਰ ਨਾਲ ਦੇ ਨਾਲ ਇੱਕ ਆਵਾਜ਼ ਆਉਂਦੀ ਹੈ, ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਮੋਦੀ ਸਾਹਿਬ ਪ੍ਰਧਾਨ ਮੰਤਰੀ ਇੱਕ ਵੱਡੀ ਮੈਂਡੇਟ ਨਾਲ ਹੈਗੇ ਨੇ, ਤੇ ਹੋ ਸਕਦਾ ਹੈ ਇਹ ਗੱਲਾਂ ਹੁਣ 18 ਤੋਂ 22 ਤਰੀਕ ਦੇ ਵਿੱਚ ਮੁਮਕਿਨ ਹੁੰਦੀਆਂ ਹੋਈਆਂ ਨਜ਼ਰ ਆਉਣ। ਨਹੀਂ, ਪਰ ਇਹਦੀਆਂ ਜਿੰਨੀਆਂ ਕੁ ਫਾਰਮੈਲਿਟੀਜ਼ ਨੇ ਇਹ ਮੁਮਕਿਨ ਨਹੀਂ ਹੋ ਸਕਦਾ। ਮੋਦੀ ਸਾਹਿਬ ਵੀ ਇੱਕ ਲਿਮਿਟ ਤੋਂ ਬਾਹਰ ਕਿਵੇਂ ਚਲੇ ਜਾਣਗੇ? ਅਜੇ ਜਿਹੜੀ ਕਮੇਟੀ ਬਣਾਈ ਗਈ ਆ ਇਹਨੇ ਅਜੇ ਸਰੂਪ ਲੈਣਾ ਤੇ ਉਸ ਤੋਂ ਬਾਅਦ ਇਹਨੇ ਕੰਮਕਾਜ ਸ਼ੁਰੂ ਕਰਨਾ ਹੈ। ਇਹ ਪਤਾ ਨਹੀਂ, ਹੋ ਸਕਦਾ ਅਗਲੇ 5 ਸਾਲਾਂ ਬਾਅਦ, ਕਿਉਂਕਿ ਮੋਦੀ ਸਾਹਿਬ ਨੂੰ ਇਹ ਲੱਗ ਰਿਹਾ ਹੋਵੇ ਕਿ ਸ਼ਾਇਦ ਇਸ ਵਾਰੀ ਤਾਂ ਬੇੜਾ ਮੈਂ ਪਾਰ ਕਰਵਾ ਹੀ ਲਊਂਗਾ। ਵੈਸੇ ਇੰਡੀਆ ਗੱਠਜੋੜ ਨੇ ਤਾਂ ਮਾਲਤਾ ਪੂਰੀ ਪਾਤੀ ਆ, ਇੱਧਰਲੇ ਬੰਨੇ ਥੋੜੀ ਜਿਹੀ ਕੰਬਣੀ ਤਾਂ ਹੋਊਗੀ ਕਿ ਪਹਿਲਾਂ ਕਦੇ ਵੀ ਸੰਗਠਿਤ ਰੂਪ ਦੇ ਵਿੱਚ ਕੋਈ ਸਾਹਮਣੇ ਨਹੀਂ ਆਇਆ। ਜੇ ਸੀਟਾਂ ਦੀ ਵੰਡ ਚੰਗੇ ਤਰੀਕੇ ਨਾਲ ਹੋ ਜਾਂਦੀ ਹੈ ਤਾਂ ਲੜਾਈ ਤਾਂ ਗਹਿ ਗੱਚ ਹੋਣੀ ਹੈ, ਪਰ ਜੇ ਉਹ ਕੱਢ ਕੇ ਲੈ ਜਾਂਦੇ ਆ ਤਾਂ ਉਹ ਅਗਲੇ 5 ਸਾਲ ਦਾ ਇੰਤਜ਼ਾਮ ਜ਼ਰੂਰ ਕਰ ਰਹੇ ਹੋਣਗੇ ਕਿ ਲੋੜ ਪੈਣ ਤੇ ਆਪਣੀ ਜਿਹੜੀ ਉਹਨਾਂ ਦੀ ਪਾਰਲੀਮੈਂਟ ਦੀ 2-3 ਸਾਲ ਅੱਗੇ ਤੱਕ ਵਧਾਉਣਾ। ਮਤਲਬ ਅਗਲੀ ਵਾਰੀ ਉਹ 5 ਦੀ ਬਜਾਏ 7 ਸਾਲ ਤੱਕ ਰਹਿਣਾ ਚਾਹੁਣਗੇ ਸਿਫਾਰਿਸ਼ਾਂ ਕਰਕੇ ਕਿ ਕੁਝ ਵਿਧਾਨ ਸਭਾਵਾਂ ਦਾ ਘਟਾ ਲਈਏ, ਕੁਝ ਵਿਧਾਨ ਸਭਾਵਾਂ ਦਾ ਵਧਾ ਲਈਏ, ਪਾਰਲੀਮੈਂਟ ਦਾ ਵੀ ਵਧਾ ਲਈਏ, ਏਦਾਂ ਕਰਕੇ ਵੀ ਕਿਸੇ ਨੂੰ ਸੇਕ ਨਾ ਲੱਗੇ। ਜਿੱਦਾਂ ਆਮ ਆਦਮੀ ਪਾਰਟੀ ਵਾਲੇ ਇਹ ਨਾ ਕਹਿਣ ਵੀ ਸਾਨੂੰ ਤਾਂ 1.5 ਹੀ ਮਿਲਿਆ ਜੀ, ਇਹਨਾਂ ਨੂੰ ਵੀ 3 ਦੇ ਦੇਣ ਜਾਂ 3.5 ਦੇ ਦੇਣ। ਸੋ ਸਾਰਿਆਂ ਨੂੰ ਖੁਸ਼ ਕਰਦਿਆਂ ਆਪਣਾ ਖੁਸ਼ ਹੋਣਾ ਤੇ ਜ਼ਰੂਰੀ ਹੁੰਦਾ। ਸੋ ਮੋਦੀ ਸਾਹਿਬ ਦੀ ਦੂਰ ਦੀ ਕੌਡੀ ਆ, ਵੇਖੋ ਕੀ ਬਣਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।